ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਕੇਤਿਕ ਦਿਵਸ ਬਾਸ ਕਰ ਪਾਸ ਵਿਦਾ ਹੋਏ ਪੁਨ ਗਇਓ ਅਵਾਸ। ਸਦਾ ਧਿਆਨ ਸਤਿਗੁਰ ਕੋ ਧਾਰੈ ਬੈਠਤ ਊਠਤ ਨਾਮ ਸੰਭਾਰੈ। ਕੇਤਿਕ ਦਿਵਸ ਬਾਸ ਕਰ ਪਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਵਿੱਚ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀਓ। ਸਤਿਗੁਰੂ ਜੀ ਨੇ ਆਪਾਂ ਸਾਰਿਆਂ ਉੱਤੇ ਕਿਰਪਾ ਕੀਤੀ ਹੈ। ਕੁਝ ਸਮਾਂ ਆਪਣੇ ਚਰਨਾਂ ਵਿੱਚ ਬੈਠਣ ਦਾ ਮੌਕਾ ਸਮਾਂ ਗੁਰੂ ਜੀ ਨੇ ਸਾਨੂੰ ਤੁਹਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੀ ਹੀ ਮਿਹਨਤ ਦੇ ਨਾਲ ਸਤਿਗੁਰਾਂ ਦਾ ਜਸ ਲਿਖਿਆ, ਵਡਿਆਈ ਲਿਖੀ। ਗੁਰਬਾਣੀ ਜਿਹੜੀ ਹੈ ਉਹ ਸਤਿਗੁਰੂ ਜੀ ਦੀ ਕਥਨੀ ਹੈ। ਜੋ ਮਹਾਰਾਜ ਨੇ ਕਥਨ ਕੀਤਾ, ਜੋ ਅਕਾਲ ਪੁਰਖ ਜੀ ਨੇ ਮਿਹਰ ਕੀਤੀ, ਗੁਰੂ ਸਾਹਿਬ ਜੀ ਦੀ ਰਸਨਾ 'ਤੇ ਜਿਹੜੇ ਰੱਬੀ ਬੋਲ ਆਏ ਉਹਨੂੰ ਅਸੀਂ ਗੁਰੂ ਕੀ ਬਾਣੀ ਕਹਿੰਦੇ ਹਾਂ। ਗੁਰਬਾਣੀ ਕਥਨੀ ਹੈ ਅਤੇ ਸਤਿਗੁਰੂ ਜੀ ਦਾ ਇਤਿਹਾਸ ਗੁਰੂ ਜੀ ਦੀ ਕਰਨੀ ਹੈ। ਗੁਰਬਾਣੀ ਦੇ ਵਿੱਚ ਬਾਰ-ਬਾਰ ਇਸ ਗੱਲ ਦਾ ਜ਼ਿਕਰ ਹੁੰਦਾ ਹੈ ਕਿ ਜੇ ਗੁਰੂ ਸਾਹਿਬ ਕਿਸੇ ਉੱਤੇ ਕਿਰਪਾ ਕਰ ਦਿੰਦੇ ਨੇ ਉਸ ਵਿਅਕਤੀ ਦੇ ਭਰਮ ਦੇ ਮੋਹ ਦੇ ਕਵਾੜ ਜਿਹੜੇ ਆ
ਉਹ ਸਦਾ ਵਾਸਤੇ ਖੁੱਲ੍ਹ ਜਾਂਦੇ ਹੈ, ਮੋਹ ਨਾਸ ਹੋ ਜਾਂਦਾ ਹੈ। ਮੋਹ ਦਾ ਨਾਸ ਹੋਣਾ ਕੋਈ ਛੋਟੀ ਗੱਲ ਨਹੀਂ ਹੈ ਗੁਰਮੁਖੋ। ਇਸੇ ਨਾਲ ਸੰਬੰਧਿਤ ਆਪਾਂ ਮਹਾਰਾਜ ਦੀ ਕਥਾ ਸੁਣ ਰਹੇ ਹਾਂ। ਭਾਈ ਸੰਤੋਖ ਸਿੰਘ ਜੀ ਨੇ ਬੜੀ ਮਿਹਨਤ ਕਰਕੇ ਇਹ ਗ੍ਰੰਥ ਲਿਖਿਆ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਤਿਗੁਰਾਂ ਦੀ ਬਾਣੀ ਹੈ। ਜਿੱਡਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦਾ ਆਕਾਰ ਹੈ ਨਾ ਜੀ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਐਡੇ ਆਕਾਰ ਤਿਆਰ ਕਰੀਏ ਤੇ 4 ਆਕਾਰ ਬਣਦੇ ਗੁਰਮੁਖੋ। ਇੰਨਾ ਜਸ ਮਹਾਰਾਜ ਦਾ ਲਿਖਿਆ ਜੀ, ਇੰਨੀ ਵਡਿਆਈ ਲਿਖੀ ਜੀ। ਜਿਨ੍ਹਾਂ ਨੂੰ ਕਥਾ ਦੇ ਨਾਲ ਪਿਆਰ ਹੈ ਸੰਗਤ ਜੀ, ਉਹ ਬਾਰ-ਬਾਰ ਇਹ ਕਥਾ ਸੁਣਦੇ, ਬਾਰ-ਬਾਰ ਜੀ। ਮੈਂ ਇੱਕ ਸਿੰਘ ਨੂੰ ਪੁੱਛਿਆ ਵੀ ਅੱਜ ਕੱਲ੍ਹ ਤੁਸੀਂ ਸ਼ਾਮ ਨੂੰ ਆਉਂਦੇ ਨਹੀਂ ਕਥਾ ਸੁਣਨ ਵਾਸਤੇ? ਉਹ ਸਿੰਘ ਕਹਿਣ ਲੱਗਾ ਵੀ ਪਹਿਲੀ ਜਦੋਂ ਕਥਾ ਦਾ ਭੋਗ ਪਿਆ ਉਦੋਂ ਮੈਂ ਸੁਣ ਲਈ ਆ ਸਾਰੀ। ਇਹਦਾ ਮਤਲਬ ਇਹ ਆ ਵੀ ਜਾਣਕਾਰੀ ਲੈਣੀ ਸੀ, ਉਹ ਲੈ ਲਈ ਹੈ। ਇੱਕ ਇਤਿਹਾਸ ਹੁੰਦਾ, ਗੁਰੂ ਦੀ ਕਥਾ ਹੁੰਦੀ ਜਾਣਕਾਰੀ ਵਾਸਤੇ ਜੀ। ਜਾਣਕਾਰੀ ਲੈਣੀ ਵੀ ਇੱਥੇ ਮਹਾਰਾਜ ਗਏ, ਮਹਾਰਾਜ ਨੇ ਇਸ ਤਰ੍ਹਾਂ ਕੀਤਾ। ਇੱਕ ਹੈ ਵੀ ਰਸ ਲੈਣ ਵਾਸਤੇ ਕਥਾ ਸੁਣਨੀ, ਪਿਆਰ ਲੈਣ ਲਈ ਕਥਾ ਸੁਣਨੀ। ਉੱਥੇ ਮੰਜੀ ਸਾਹਿਬ ਮੈਨੂੰ ਇੱਕ ਬਜ਼ੁਰਗ ਕਹਿੰਦਾ ਵੀ ਮੈਂ 7ਵੀਂ ਵਾਰੀ ਕਥਾ ਸੁਣ ਰਿਹਾ ਸੂਰਜ ਪ੍ਰਕਾਸ਼ ਗ੍ਰੰਥ ਦੀ। ਇੰਨੇ ਪੁਰਾਣੇ ਬਜ਼ੁਰਗ ਜੀ। ਕਹਿੰਦਾ ਮੈਂ 7ਵੀਂ ਵਾਰੀ ਕਥਾ ਸੁਣ ਰਿਹਾ, 7ਵੀਂ ਵਾਰੀ ਦੀ। ਤੇ ਮੈਂ ਬੇਨਤੀ ਕੀਤੀ ਵੀ ਉਹ ਗੱਲਾਂ ਬਾਰ-ਬਾਰ ਆਈ ਜਾਣੀਆਂ। ਉਹ ਕਹਿਣ ਲੱਗਾ ਮੈਂ ਰਸ ਲੈਣ ਲਈ ਕਥਾ ਸੁਣਦਾ ਹਾਂ। ਜਦੋਂ ਮੈਂ ਕਥਾ ਸੁਣਦਾ ਮੈਨੂੰ ਰਸ ਆਉਂਦਾ, ਰਸ। ਇਹਨੂੰ ਕਹਿੰਦੇ ਕਥਾ ਨਾਲ ਪ੍ਰੇਮ ਹੋ ਜਾਣਾ ਜੀ। ਗੁਰੂ ਕੀ ਕਥਾ ਚੰਗੀ ਲੱਗਣ ਲੱਗ ਪੈਣੀ। ਮਹਾਰਾਜ ਨੇ ਭਾਈ ਨੰਦ ਲਾਲ ਜੀ ਨੂੰ 3 ਸਰੂਪ ਦੱਸੇ ਆਪਣੇ। ਉਂਝ ਕਥਾ ਭਾਈ ਨੰਦ ਲਾਲ ਜੀ ਦਾ ਜੀਵਨ ਹੀ ਚੱਲ ਰਿਹਾ। ਮਹਾਰਾਜ ਨੇ ਨੰਦ ਲਾਲ ਜੀ ਨੂੰ ਕਿਹਾ, ਨੰਦ ਲਾਲ ਮੇਰੇ 3 ਰੂਪ ਨੇ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਇੱਕ ਨਿਰਗੁਣ, ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਰੂਪ ਉਹ ਹੈ ਜਿਹੜਾ ਕੱਲੇ ਕੱਲੇ ਕਿਣਕੇ ਵਿੱਚ ਵਸਿਆ ਜੀ। ਕੱਲੇ ਕੱਲੇ ਕਿਣਕੇ 'ਚ ਵਸਿਆ, ਕੱਲੇ ਕੱਲੇ ਜੀਵ ਵਿੱਚ ਵਸਿਆ ਜੀ। ਸੋ ਇੱਕ ਸਰੂਪ ਸਰਗੁਣ ਹੈ। ਸਰਗੁਣ ਰੂਪ ਦੀ ਕਥਾ ਸੁਣ ਰਹੇ ਹਾਂ ਆਪਾਂ। ਜਿਹੜੀ ਆਪਾਂ ਕਥਾ ਸੁਣ ਰਹੇ ਹਾਂ ਇਹ ਸਰਗੁਣ ਰੂਪ ਦੀ ਕਥਾ ਹੈ। ਤੇ ਸਰਗੁਣ ਦੇ ਨਾਲ ਹੀ ਗੁਰੂ ਦਾ ਸ਼ਬਦ ਜੁੜਿਆ ਗੁਰਮੁਖੋ। ਇਹਦੇ ਨਾਲ ਹੀ ਗੁਰ ਸ਼ਬਦ ਦੀ ਵੀ ਕਥਾ ਹੈ। ਕਿਉਂਕਿ ਤੀਜਾ, ਜੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨੇ ਹੋਣ ਤੇ ਸਤਿਗੁਰੂ ਜੀ ਦੇ ਦਰਸ਼ਨ ਗੁਰੂ ਦੀ ਬਾਣੀ ਵਿੱਚੋਂ ਹੁੰਦੇ ਆ। ਜਦੋਂ ਆਪਾਂ ਰੋਜ਼ ਪੜ੍ਹਦੇ ਹਾਂ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕਉ ਆਜ ਸੰਗਰੀਐ। ਉਹ ਗੁਰੂ ਜੀ ਦੀ ਬਾਣੀ, ਗੁਰੂ ਦਾ ਸ਼ਬਦ ਹੈ। ਇਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਨੇ। ਜਿਹੜੀ ਕਥਾ ਆਪਾਂ ਸੁਣ ਰਹੇ ਹਾਂ ਉਹ ਸਰਗੁਣ ਰੂਪ ਦੀ ਕਥਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਗੁਣ ਵੀ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦ ਰੂਪ ਵੀ ਨੇ ਜੀ। ਸਰਗੁਣ ਵੀ ਨੇ ਤੇ ਸ਼ਬਦ ਰੂਪ ਵੀ ਨੇ। ਸਾਰੇ ਗੁਰੂ ਸਾਹਿਬ ਇਸੇ 2 ਰੂਪਾਂ ਵਿੱਚ ਮੁੱਖ ਵਿਚਰੇ ਹੈ। ਬਹੁਤ ਕਮਾਈ ਵਾਲਾ ਕੋਈ ਬ੍ਰਹਮ ਗਿਆਨੀ ਹੋਵੇ ਉਹ ਫਿਰ ਗੁਰੂ ਜੀ ਦੇ ਨਿਰਗੁਣ ਰੂਪ ਤੱਕ ਵੀ ਪਹੁੰਚ ਜਾਂਦਾ ਜੀ। ਜਿਹੜਾ ਰੂਪ ਕਣ ਕਣ ਵਿੱਚ ਵਸਿਆ ਜੀ, ਜਿਹਨੂੰ ਮਹਾਰਾਜ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ।
ਭਾਈ ਨੰਦ ਲਾਲ ਜੀ ਨੇ ਇਹਨਾਂ ਤਿੰਨਾਂ ਰੂਪਾਂ ਦੀ ਪ੍ਰਾਪਤੀ ਕੀਤੀ ਜੀ। ਤੁਸੀਂ ਆਪਾਂ ਜਿਹੜਾ ਪਿਛਲਾ ਪ੍ਰਸੰਗ ਸੁਣਿਆ, ਭਾਈ ਨੰਦ ਲਾਲ ਜੀ ਨੇ ਬਚਪਨ 'ਚ ਕੰਠੀ ਨਹੀਂ ਸੀ ਪਾਈ, ਬੜੇ ਪੜ੍ਹ ਲਿਖ ਗਏ, ਬਹੁਤ ਵੱਡੇ ਵਿਦਵਾਨ ਬਣ ਗਏ, ਪਰ ਮਨ ਨੂੰ ਸ਼ਾਂਤੀ ਨਹੀਂ ਸੀ ਮਿਲਦੀ ਜੀ। ਪੜ੍ਹਨਾ ਹੋਰ ਗੱਲ ਹੈ, ਗੁਰਮੁਖੋਂ ਮਨ ਟਿਕ ਜਾਣਾ ਹੋਰ ਗੱਲ ਹੈ ਜੀ। ਜੇ ਕਿਤੇ ਪੜ੍ਹਿਆ ਮਨ ਟਿਕਦਾ ਹੋਵੇ, ਬਹੁਤੀ ਪੜ੍ਹਾਈ ਕੀਤਿਆਂ ਮਨ ਟਿਕਦਾ ਹੋਵੇ, ਅੱਜ ਸੰਸਾਰ ਅਸ਼ਾਂਤ ਨਾ ਵਿਖੇ ਜੀ। ਬੜੇ ਬੜੇ ਵੱਡੇ ਕਾਲਜ ਨੇ, ਬੜੀਆਂ ਬੜੀਆਂ ਯੂਨੀਵਰਸਿਟੀਜ਼ ਨੇ, ਜਿਨ੍ਹਾਂ ਵਿੱਚ ਵਿਦਵਾਨ ਸੱਜਣ ਤਿਆਰ ਹੁੰਦੇ ਆ ਜੀ। ਮਨ ਸ਼ਾਂਤ ਹੋ ਜਾਣਾ ਗੱਲ ਹੋਰ ਹੈ। ਮਨ ਕਦੋਂ ਸ਼ਾਂਤ ਹੁੰਦਾ ਜੀ? ਜਦੋਂ ਪੂਰੇ ਦੀ ਪ੍ਰਾਪਤੀ ਹੁੰਦੀ ਹੈ, ਪੂਰਾ ਗੁਰੂ ਮਿਲਦਾ ਜੀ। ਸੋ ਗੁਰੂ ਸਾਹਿਬ ਜੀ ਦੀ ਦਇਆ, ਭਾਈ ਨੰਦ ਲਾਲ ਜੀ ਦਾ ਪੂਰਬਲਾ ਸੰਬੰਧ। ਕੀ ਪੂਰਬਲਾ ਸੰਬੰਧ ਜੀ? ਬਚਪਨ ਤੋਂ ਹੀ ਪੂਰੇ ਗੁਰੂ ਦੀ ਇੱਛਾ ਹੋਣੀ ਮਨ ਵਿੱਚ ਜੀ। ਵੇਖੋ, ਜਿਹਨੇ ਬੜੀ ਵੱਡੀ ਪਾਵਰ ਦੀ ਸੰਗਤ ਕੀਤੀ ਹੋਵੇ ਨਾ, ਉਹ ਛੋਟਿਆਂ ਤੇ ਨਹੀਂ ਰੀਝਦਾ ਗੁਰਮੁਖੋ, ਉਹ ਨਹੀਂ ਰੀਝਦਾ। ਜਿਹੜਾ ਰੋਜ਼ ਪ੍ਰਿੰਸੀਪਲ ਦੇ ਕੋਲ ਬਹਿੰਦਾ ਹੋਵੇ, ਉਹ ਆਮ ਨਰਸਰੀ ਦੀ ਟੀਚਰ ਦੇ ਲਾਗੇ ਉਹ ਬੈਲੈਂਸ ਹੀ ਨਹੀਂ ਬਣਨਾ ਜੀ। ਇਹ ਨਹੀਂ ਵੀ ਉਹਦੀ ਲੋੜ ਨਹੀਂ, ਪਰ ਉਹਦੀ ਲੋੜ ਮੁੱਕ ਗਈ। ਜਿਨ੍ਹੇ ਇੰਨੀ ਵੱਡੀ ਹਸਤੀ ਦੇ ਪੂਰਬਲੇ ਜਨਮਾਂ ਵਿੱਚ ਸੰਗਤ ਕੀਤੀ ਹੋਵੇ, ਉਹ ਇੱਕ ਕੰਠੀ ਪਵਾਉਣ ਵਾਲੇ ਨੂੰ ਕਿਵੇਂ ਆਪਣਾ ਗੁਰੂ ਮੰਨ ਸਕਦਾ ਸੀ? ਐਸੀ ਗੱਲ ਨਹੀਂ ਹੈ। ਪੂਰਬਲੇ ਜਨਮਾਂ ਦਾ ਸੰਬੰਧ ਬੜਾ ਜ਼ਬਰਦਸਤ ਹੁੰਦਾ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਭਾਈ ਬਹਿਲੋ ਨੂੰ ਚਿੱਠੀ ਲਿਖ ਕੇ ਪਿਛਲਾ ਜਨਮ ਦੱਸਿਆ ਸੀਗਾ ਉਹਦਾ, ਵੀ ਤੂੰ ਪਿਛਲੇ ਜਨਮਾਂ ਦਾ ਹੀ ਸਾਡਾ ਹੈ। ਇਹ ਨਹੀਂ ਵੀ ਤੂੰ ਹੁਣ ਆਇਆ, ਤੂੰ ਪਹਿਲੇ ਜਨਮਾਂ ਦਾ ਵੀ ਸਾਡਾ ਸੈਂ, ਆ ਜਾ ਹੁਣ। ਭਾਈ ਨੰਦ ਲਾਲ ਜੀ ਨੇ 10ਵੇਂ ਪਾਤਸ਼ਾਹ ਜੀ ਦੀ ਸੋਭਾ ਸੁਣੀ, ਆਨੰਦਪੁਰ ਸਾਹਿਬ ਆ ਗਏ, ਪਰ ਉਹ ਵਿਦਵਤਾ ਜਿਹੜੀ ਇਹ ਵੀ ਨਹੀਂ ਖਹਿੜਾ ਛੱਡਦੀ ਬੰਦੇ ਦਾ ਜੀ। ਟਣਕਾ ਕੇ ਵੀ ਵੇਖਣਾ ਸੀ ਗੁਰੂ ਨੂੰ। ਗੁਰੂ ਦੀ ਕਸੌਟੀ ਲਾ ਲਈ ਉਹਨਾਂ ਨੇ, ਵੀ ਮੈਂ ਗੁਰੂ ਨੂੰ ਪੂਰਾ ਤਾਂ ਮੰਨਾਂ ਜੇ ਸਿੱਖ ਭੇਜ ਕੇ ਮੈਨੂੰ ਸੱਦਣ। ਕਿੰਨੇ ਦਿਨ ਬੈਠੇ ਰਹੇ। ਇੱਕ ਦਿਨ ਫਿਰ ਮਹਾਰਾਜ ਨੇ ਸੱਦ ਹੀ ਲਿਆ ਜੀ। ਨੰਦ ਲਾਲ ਜੀ ਨੂੰ ਸੱਦ ਲਿਆ। ਨੰਦ ਲਾਲ ਜੀ ਨੇ ਆ ਕੇ ਚਰਨ ਫੜੇ, ਤੇ ਜਿਹੜੀ ਫਿਰ ਸਤਿਗੁਰਾਂ ਨੇ ਕਿਰਪਾ ਕੀਤੀ ਉਹ ਵੀ ਸੁਣੀ ਜੀ ਤੁਸੀਂ। ਜਿਹੜੀ ਕਿਰਪਾ ਕੀਤੀ ਮਹਾਰਾਜ ਨੇ, ਉਹ ਇਹ ਕਿਰਪਾ ਕੀਤੀ ਵੀ ਕਿਰਪਾ ਦ੍ਰਿਸ਼ਟ ਸੋ ਦੇਖਨ ਕਰਿਓ, ਭ੍ਰਮ ਅਗਿਆਨ ਸੋ ਤਿਸ ਪਰ ਹਰਿਓ। ਬਹੁਤ ਵੱਡੀ ਗੱਲ ਹੈ ਜਿਹੜੀ ਗੁਰੂ ਜੀ ਨੇ ਬਸ ਦ੍ਰਿਸ਼ਟੀ ਪਾ ਕੇ ਹੀ ਬਣਾ ਦਿੱਤੀ। ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਦੀ ਦ੍ਰਿਸ਼ਟੀ 'ਚ ਕਿੰਨੀ ਵੱਡੀ ਤਾਕਤ ਹੈ ਸਾਡੇ ਗੁਰੂ ਜੀ ਦੀ, ਕਿੰਨੀ ਵੱਡੀ ਤਾਕਤ ਹੈ। ਵਾਹ। ਵੇਖਦਿਆਂ ਸਾਰੀ ਭਰਮ ਅਗਿਆਨ ਮਹਾਰਾਜ ਨੇ ਇੱਕ ਛਿਨ 'ਚ ਦੂਰ ਕੀਤਾ। ਇੱਕ ਛਿਨ 'ਚ ਜੀ। ਅਗਿਆਨ ਕੀ ਹੁੰਦਾ ਜੀ? ਅਗਿਆਨ ਸਾਰੇ ਸੰਸਾਰ 'ਚ ਹੀ ਹੈ ਜੀ। ਯੂਨੀਵਰਸਿਟੀ ਦੇ ਵਿੱਚ ਪੜ੍ਹਨ ਕੇ PhD ਕਰ ਲੈਣੀ, ਉਹਦੇ ਤੋਂ ਅੱਗੇ ਡਬਲ PhD ਕਰ ਲੈਣੀ, ਪਰ ਇਹ ਗੱਲ ਸਿੱਧ ਨਹੀਂ ਹੁੰਦੀ ਵੀ ਬੰਦੇ ਦਾ ਅਗਿਆਨ ਕੱਟਿਆ ਗਿਆ ਜੀ। ਅਗਿਆਨ ਪਕੜ ਹੈਗੀ ਜੀ। ਥੋੜ੍ਹਾ ਜਿਹਾ ਸੂਖਮ ਵਿਸ਼ਾ। ਜਿਹੜੇ ਵਿਦਾਂਤ ਪੜ੍ਹਦੇ ਨਾ, ਵਿਦਾਂਤ, ਉਹ ਅਗਿਆਨ ਤੱਕ ਪਹੁੰਚਦਿਆਂ ਕਈ ਸਾਲ ਲਾਉਂਦੇ ਜੀ। ਅਗਿਆਨ ਦੀ ਪੜ੍ਹਾਈ ਪਹੁੰਚਦਿਆਂ ਜੀ। ਪਹਿਲਾਂ ਤਾਂ ਥੱਲੇ ਥੱਲੇ ਰਹਿੰਦੇ ਜੀ। ਉਹ ਵੀ ਰੋਜ਼ ਦੀ ਕਲਾਸ ਲੱਗਦੀ, ਤੇ ਅਗਿਆਨ ਦੀ ਪੜ੍ਹਾਈ ਜਦੋਂ ਆਉਂਦੀ ਹੈ ਨਾ,
ਕਈ ਸਾਲਾਂ ਬਾਅਦ ਉਹ ਪੜ੍ਹਾਈ ਆਉਂਦੀ ਸੀ। ਜਿਹਦੀ ਪੜ੍ਹਾਈ ਕਈ ਸਾਲਾਂ ਬਾਅਦ ਆਉਂਦੀ ਹੈ, ਗੁਰਮੁਖੋ ਦੀ ਅਵਸਥਾ ਮਿਲਣ ਵਾਸਤੇ ਤੇ ਜਨਮਾਂ ਦੇ ਜਨਮ ਚਾਹੀਦੇ ਨੇ। ਪਰ ਗੁਰੂ ਜੀ ਦੀ ਕਿਰਪਾ, ਗੁਰੂ ਜੀ ਦੀ ਕਿਰਪਾ ਅਗਿਆਨ ਦੂਰ ਕਰ ਦਿੱਤਾ, ਪਕੜ ਦੂਰ ਕਰ ਦਿੱਤੀ, ਭਰਮ ਦੂਰ ਕਰ ਦੇ। ਆ ਭਰਮ ਹੀ ਹੈ। ਬਜ਼ੁਰਗੀ ਤੱਕ ਮੋਹ ਨਹੀਂ ਬੰਦੇ ਦਾ ਛੁੱਟਦਾ ਜੀ, ਇਹ ਭਰਮ ਹੀ ਹੈ। ਆ ਵੀ ਮੇਰਾ, ਮੈਂ ਇੰਜ ਕਰ ਲੈਣਾ, ਇੰਜ ਹੋ ਜਾਏਗਾ, ਪਲੈਨਿੰਗਾਂ। ਮਹਾਰਾਜ ਨੇ ਕਿਰਪਾ ਕੀਤੀ ਤੇ ਭਰਮ ਕੇ ਪਰਦੇ ਸਤਿਗੁਰ ਖੋਲੇ। ਇਹ ਇੰਜ ਨਹੀਂ ਹੁੰਦਾ, ਇਹ ਬਹੁਤ ਅਭਿਆਸ ਕੀਤਿਆਂ ਹੁੰਦਾ। ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਇੱਕ ਦਿਨ ਮੈਂ ਰਾਤ ਨੂੰ ਉਹਨਾਂ ਦਾ ਦੀਵਾਨ ਲਾ ਕੇ ਬਹਿ ਗਿਆ। ਉਹ ਨਿਰੀਆਂ ਧਾਰਨਾ ਹੀ ਨਹੀਂ ਸੀ ਬੋਲਦੇ, ਉਹ ਵੇਦਾਂਤ ਸੁਣਾਉਂਦੇ ਸੀ, ਵੇਦਾਂਤ। ਮੈਂ ਬੜਾ ਹੈਰਾਨ ਹੋਇਆ ਵੀ ਇੱਕ ਢੋਲਕੀ ਚਮਟੇ ਵਾਲਾ ਬਾਬਾ ਹੈ ਵੇਦਾਂਤ ਸੁਣਾ ਰਿਹਾ। ਵੇਦਾਂਤ ਬੜੀ ਮਹਿੰਗੀ ਪੜ੍ਹਾਈ ਹੈ। ਉਹ ਵੇਦਾਂਤ ਸੁਣਾਉਂਦਾ ਇਹਦੀ, ਉਹਦੇ ਵਿੱਚ ਉਹ ਕਹਿੰਦੇ ਵੀ ਵੇਦਾਂਤ ਦਾ ਤੱਤ ਸਾਰ ਕੱਢਿਆ। ਕਹਿੰਦੇ ਆਪਣੇ ਮੁਰਸ਼ਿਦ ਦਾ ਨਾਂ, ਆਪਣੇ ਉਸਤਾਦ ਦਾ ਨਾਂ ਲਿਆ ਉਹਨਾਂ ਨੇ। ਅੱਠੇ ਪੈਰ, ਕਹਿੰਦੇ ਅੱਠੇ ਪੈਰ ਇੱਕ ਐਨਰਜੀ ਦੇ ਥੱਲੇ ਰਹਿਣਾ, ਇੱਕ ਐਨਰਜੀ ਦੇ ਥੱਲੇ ਵਿਚਰਨਾ ਬੜਾ ਔਖਾ ਕੰਮ ਹੈ। ਚਾਰ ਗੱਲਾਂ ਉਹਨਾਂ ਨੇ ਦਸੀਆਂ, ਚਾਰ ਗੱਲਾਂ ਵੀ ਬੰਦਗੀ ਤੇ ਬੰਦਾ ਕਰੇ, ਪਰ ਬੰਦਗੀ ਫਲੀ ਭੂਤ ਕਿਵੇਂ ਹੋਏਗੀ। ਜਦੋਂ ਉਹਨਾਂ ਚਾਰ ਗੱਲਾਂ ਰਾਤ ਬੋਲੀਆਂ ਤੇ ਮੈਨੂੰ ਹੀ ਉਹ ਮਹਿਸੂਸ ਹੋਇਆ ਵੀ ਮੈਂ ਚਾਰਾਂ 'ਚ ਹੀ ਫੇਲ ਹੈਗਾ ਜੀ, ਚਾਰਾਂ 'ਚ ਫੇਲ ਜੀ। ਪਹਿਲਾ, ਜਦੋਂ ਬੰਦੇ ਦੇ ਕਬਾੜ ਖੁੱਲ੍ਹਦੇ ਆ, ਇਹ ਉਹਨਾਂ ਉਹ ਗੱਲਾਂ ਦੱਸੀਆਂ ਜੀ। ਬਹੁਤ ਬੰਦਗੀ ਕਰਕੇ, ਬਹੁਤ ਬੰਦਗੀ ਕਰਕੇ ਕਹਿੰਦੇ ਸਹਿਜੇ ਸਹਿਜੇ ਸਮਝ ਆਏਗੀ। ਪਹਿਲਾ ਇਹ ਹੈ ਕਿ ਵਾਹਿਗੁਰੂ ਵਾਹਿਗੁਰੂ ਜਪਦਿਆਂ ਨਿੰਦਿਆ ਕਰਨ ਨੂੰ ਨਾ ਜੀ ਕਰੇ। ਨਿੰਦਿਆ ਕਿੰਨੀ ਚੰਗੀ ਲੱਗਦੀ ਹੈ, ਕਰਨ ਵਿੱਚ ਵੀ ਸਵਾਦ ਆਉਂਦਾ ਤੇ ਸੁਣਨ ਵਿੱਚ ਵੀ ਬੜਾ ਸਵਾਦ ਆਉਂਦਾ। ਆਖੋ ਵਾਹਿਗੁਰੂ ਵਾਹਿਗੁਰੂ। ਆਉਂਦਾ ਕਿ ਨਹੀਂ ਆਉਂਦਾ ਜੀ, ਬੜਾ ਚੰਗਾ ਲੱਗਦਾ। ਨਿੰਦਿਆ ਤੇ ਬਹੁਤੀ ਸਵਾਦ ਹੈ ਜੀ। ਉਹ ਕਹਿੰਦੇ ਮੇਰੇ ਫਲਾਣਾ ਉਸਤਾਦ ਜਿਹੜਾ ਸੀਗਾ ਉਹ ਬੜਾ ਵੱਡਾ ਵੇਦਾਂਤੀ ਸੀ ਤੇ ਉਹਨੇ ਚਾਰ ਤੱਤ ਕੱਢੇ ਸੀ ਵੀ ਤੁਸੀਂ ਬੰਦਗੀ ਕਰੋ, ਭਾਵੇਂ ਦਿਨ 'ਚ 18 ਘੰਟੇ ਲੱਗੇ ਰਹੋ, ਪਰ ਚਾਰ ਕੰਮ ਨਹੀਂ ਕਰਦੇ ਤੇ ਬੰਦਗੀ ਫਲੀ ਭੂਤ ਨਹੀਂ ਹੁੰਦੀ। ਨਿੰਦਿਆ। ਦੂਜਾ ਉਹਨਾਂ ਤੱਤ ਕੱਢਿਆ ਚੁਗਲੀ। ਨਿੰਦਿਆ ਹੋਰ ਤੇ ਚੁਗਲੀ ਹੋਰ ਹੈ। ਚੁਗਲੀ ਕਰਕੇ ਕਿਸੇ ਦਾ ਕੰਮ ਵਿਗਾੜ ਦੇਣਾ। ਇੱਕ ਤਾਂ ਹੈਗਾ ਨਾ ਵੀ ਬੜਾ ਮਾੜਾ ਹੈਗਾ ਜੀ, ਛੱਡੋ ਜੀ। ਨਿੰਦਿਆ ਨਹੀਂ ਕਰਨੀ, ਨਿੰਦਿਆ ਨਹੀਂ ਕਰਨੀ। ਫਿਰ ਨਿੰਦਿਆ ਤੋਂ ਬਾਅਦ ਚੁਗਲੀ ਵੀ ਨਹੀਂ ਕਰਨੀ। ਇਹ ਤੇ ਆਮ ਆਦਤ ਹੈ। ਬੰਦੇ ਸਿਮਰਨ ਵੀ ਕਰਦੇ ਜੇ, ਵਾਹਿਗੁਰੂ ਵਾਹਿਗੁਰੂ ਵੀ ਜਪਦੇ, ਸੰਗਤ ਵੀ ਕਰਦੇ, ਪਰ ਇਹ ਆਦਤ ਨਹੀਂ ਛੱਡਦੇ। ਕੀ ਹੁੰਦਾ ਜੀ, ਜਿਹੋ ਜਿਹੇ 20 ਸਾਲ ਪਹਿਲਾਂ ਆਉਂਦੇ ਸੀ ਉਹੋ ਜਿਹੇ ਹੀ ਹੋਣ ਹੈਗੇ ਜੀ। ਆਖੋ ਸ੍ਰੀ ਵਾਹਿਗੁਰੂ। ਫਰਕ ਨਹੀਂ ਪਿਆ ਜੀ। ਇਹ ਉਹਨਾਂ ਸੁਣਾਇਆ ਜੀ। ਕਹਿੰਦੇ 20 ਸਾਲ ਪਹਿਲਾਂ ਜਿਹੇ ਆਏ ਤੇ ਹੁਣ ਆਏ, ਕੋਈ ਫਰਕ ਨਹੀਂ ਪਿਆ। ਹਾਂ, ਸੁਖਮਣੀ ਸਾਹਿਬ 2 ਦੇ 5 ਹੋ ਗਏ। ਕਹਿੰਦੇ ਬਾਣੀ ਦਾ ਖੰਡਨ ਨਹੀਂ, ਪਰ ਪਰਹੇਜ਼ ਨਹੀਂ ਕੀਤਾ। ਦਵਾਈ ਤੇ ਬੜੀ ਖਾਧੀ, ਪਰ ਪਰਹੇਜ਼ ਨਹੀਂ ਕੀਤਾ। ਨਿੰਦਿਆ ਤੋਂ ਆਪਣੇ ਆਪ ਨੂੰ ਰੋਕ ਕੇ ਰੱਖਣਾ, ਚੁਗਲੀ ਤੋਂ ਆਪਣੇ ਆਪ ਨੂੰ ਰੋਕ ਕੇ ਰੱਖਣਾ, ਸੁੱਤੇ ਸਿੱਧ ਹੋ ਜਾਂਦੀ। ਨਿੰਦਿਆ ਬੰਦਾ ਹਮੇਸ਼ਾ ਉਹਦੀ ਕਰਦਾ ਜਿਹੜਾ ਸਾਨੂੰ ਚੰਗਾ ਨਹੀਂ ਲੱਗਦਾ।
ਆਖੋ ਵਾਹ। ਜਿਹੜਾ ਸਾਨੂੰ ਚੰਗਾ ਨਹੀਂ ਲੱਗਦਾ ਅਸੀਂ ਉਹਦੀ ਨਿੰਦਿਆ ਕਰਦੇ। ਨਿੰਦਿਆ ਤੋਂ ਕਹਿੰਦੇ ਬੰਦਾ ਉਦੋਂ ਹੀ ਛੁੱਟ ਸਕਦਾ ਹੈ ਜਦੋਂ ਸਾਰਿਆਂ ਵਿੱਚ ਵਾਹਿਗੁਰੂ ਨੂੰ ਵੇਖੇ ਵੀ ਹੈ ਤੇ ਵਾਹਿਗੁਰੂ ਦਾ ਰੂਪ ਹੈ ਤੇ ਮੈਂ ਨਿੰਦਿਆ ਕਿਹਦੀ ਕਰਨ ਆ। ਫਿਰ ਚੁਗਲੀ ਹੈ, ਚੁਗਲੀ ਤੋਂ ਛੁੱਟ ਜਾਣਾ। ਭਾਈ ਗੁਰਦਾਸ ਜੀ ਕਹਿੰਦੇ ਚੁਗਲੀ ਕਰ ਜੋ ਕਾਜ ਵਿਗਾੜੇ। ਜਿਹੜਾ ਚੁਗਲੀ ਕਰਕੇ ਕਿਸੇ ਦਾ ਕੰਮ ਵਿਗਾੜ ਦੇਵੇ। ਆਮ ਹੀ ਦੁਨੀਆ ਫਸੀ ਹੈ, ਬਾਣੀ ਵੀ ਪੜ੍ਹਦੀ ਹੈ, ਸੰਗਤ ਵੀ ਕਰਦੀ ਹੈ, ਪਰ ਇਹ ਕੰਮ ਵੀ ਕਰੀ ਜਾਂਦੀ ਹੈ। ਫਿਰ ਉਹਨਾਂ ਦੱਸਿਆ ਵੀ ਮਿੱਠਾ ਬੋਲਣਾ। ਮੈਂ ਕਿਹਾ ਇਹ ਤਾਂ ਉੱਕਾ ਹੀ ਨਹੀਂ ਮੇਰੇ ਵਿੱਚ ਹੈਗਾ। ਆਖੋ ਸ੍ਰੀ ਵਾਹਿਗੁਰੂ। ਮੇਰਾ ਆਪਣਾ ਸੁਭਾਅ ਵੀ 7-8 ਵਾਰੀ ਜੇ ਕਿਸੇ ਨੂੰ ਦਬਕੇ ਨਾ ਮਾਰ ਲਾਂ ਤੇ ਮੈਨੂੰ ਹੁੰਦਾ ਵੀ ਅੱਜ ਕੀਤਾ ਹੀ ਕੱਖ ਨਹੀਂ। ਤੇ ਇਕੱਲਾ ਮੇਰਾ ਹੀ ਨਹੀਂ, ਇਹ ਬੜਿਆਂ ਦਾ ਸੁਭਾਅ ਹੈ। ਸੁਤੇ ਸਿੱਧ ਦਬਕੇ ਵੱਜੀ ਜਾਂਦੇ, ਸੁਤੇ ਸਿੱਧ। ਮਿੱਠਾ ਮੰਨਣਾ, ਮਿੱਠਾ ਬੋਲਣਾ ਬੜਾ ਵੱਡਾ ਵਾਹਿਗੁਰੂ ਦਾ ਗੁਣ ਹੈ। ਨਿੰਦਿਆ ਨਹੀਂ ਕਰਨੀ, ਚੁਗਲੀ ਨਹੀਂ ਕਰਨੀ। ਇਹ 3 ਕੰਮ ਕਰਕੇ ਚੌਥਾ ਕੰਮ ਹੈ ਵੀ ਵਾਹਿਗੁਰੂ ਵਿੱਚ ਧਿਆਨ ਜੋੜ ਕੇ ਰੱਖਣਾ। ਬਾਣੀ ਪੜ੍ਹਨੀ, ਗੁਰੂ ਦੀ ਮੂਰਤ 'ਚ ਧਿਆਨ ਲਾਉਣਾ। ਕਹਿੰਦੇ ਜਦੋਂ ਇਹ ਕੰਮ ਕਰਦਿਆਂ ਕਈ ਸਾਲ ਲੰਘ ਜਾਂਦੇ ਆ ਨਾ, ਫਿਰ ਸਤਿਗੁਰੂ ਜੀ ਕਿਰਪਾ ਕਰਦੇ, ਵੇਖਦੇ ਆ ਵੀ ਇਹ ਪੱਕਾ ਹੈ ਕਿ ਨਹੀਂ ਹੈਗਾ, ਇਹ ਮੈਨੂੰ ਆਪਣੇ ਹਜ਼ੂਰ ਸਮਝਦਾ। ਕਹਿੰਦੇ ਫਿਰ ਮਹਾਰਾਜ ਕਿਰਪਾ ਕਰਦੇ ਆ, ਫਿਰ ਭਰਮ ਦੇ ਪਰਦੇ ਤੇ ਅਗਿਆਨ ਦੂਰ ਹੋ ਜਾਂਦਾ ਜੀ। ਅਗਿਆਨ ਦੂਰ ਹੋ ਗਿਆ ਤਾਂ ਕੀ ਆਇਆ ਜੀ? ਗਿਆਨ ਆਇਆ, ਜਿਹਨੂੰ ਬ੍ਰਹਮ ਗਿਆਨ ਕਹਿੰਦੇ ਆ। ਆਖੋ ਸ੍ਰੀ ਵਾਹਿਗੁਰੂ। ਅਗਿਆਨ ਦੂਰ ਹੋਇਆ, ਅਗਿਆਨ ਦੂਰ ਹੋਏਗਾ ਤੇ ਗਿਆਨ ਆ ਗਿਆ ਜੀ। ਅਗਿਆਨ ਉਦੋਂ ਹੀ ਦੂਰ ਹੋਏਗਾ ਜਦੋਂ ਗਿਆਨ ਆਉਂਦਾ। ਉਹ ਗਿਆਨ ਬ੍ਰਹਮ ਗਿਆਨ ਹੈ। ਬ੍ਰਹਮ ਗਿਆਨੀ ਕੈ ਏਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਉਹ ਵੀ ਰੱਬ ਵੇਖਦਾ ਹਰ ਸਮੇਂ। ਬ੍ਰਹਮ ਗਿਆਨੀ ਕੈ ਨਾਮ ਆਧਾਰ। ਜਿਹੜੀ ਅਵਸਥਾ ਮਹਾਰਾਜ ਨੇ ਬਖਸ਼ੀ ਨਾ ਨੰਦ ਲਾਲ ਜੀ ਨੂੰ, ਆਸਰਾ ਹੀ ਨਾਮ ਦਾ ਕਰ ਦਿੱਤਾ ਜੀ। ਨੰਦ ਲਾਲ ਜੀ ਕੋਈ ਛੋਟੀ ਹਸਤੀ ਨਹੀਂ, ਆਸਰਾ ਹੀ ਨਾਮ ਦਾ ਕਰ ਦਿੱਤਾ ਜੀ। ਬ੍ਰਹਮ ਗਿਆਨੀ ਕੈ ਨਾਮ ਆਧਾਰ। ਬ੍ਰਹਮ ਗਿਆਨੀ ਦਾ ਆਸਰਾ ਨਾਮ ਹੁੰਦਾ। ਤੇ ਮੈਨੂੰ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ, ਉਹਨਾਂ ਦਾ ਬਚਨ ਚੇਤਾ ਆਇਆ। ਉਹ ਸਿੰਘਾਂ ਨੂੰ ਕਹਿੰਦੇ ਹੁੰਦੇ ਸੀਗੇ, ਸਿੰਘੋ ਸਾਨੂੰ ਹੁਣ ਲੋੜ ਨਹੀਂ ਪ੍ਰਸ਼ਾਦਾ ਛਕਣ ਦੀ, ਇਹ ਤੇ ਤੁਹਾਨੂੰ ਵਿਖਾਉਣ ਨੂੰ ਛਕਦੇ ਆ। ਆਖੋ ਵਾਹਿਗੁਰੂ। ਕਿਉਂ ਜੀ? ਸਰੀਰ ਦਾ ਆਸਰਾ ਨਾਮ ਬਣ ਗਿਆ। ਬ੍ਰਹਮ ਗਿਆਨ ਦੀ ਅਵਸਥਾ ਵਿੱਚ ਆਉਂਦਾ ਬੰਦਾ ਕੁਝ ਨਾਮ ਹੀ ਖਾਵੇ ਤਾਂ ਵੀ ਚੜ੍ਹਦੀ ਕਲਾ ਜੀ। ਬ੍ਰਹਮ ਗਿਆਨੀ ਕੈ ਨਾਮ ਆਧਾਰ। ਮਹਾਰਾਜ ਨੇ ਕਿਰਪਾ ਕੀਤੀ। ਭਰਮ ਮਹਾਨ ਨੀਂਦ ਮਹਿ ਸੋਭਾ, ਜਾਗਤ ਭਇਓ ਗੁਰੂ ਰਬ ਜੋਬਾ। ਸਤਿਗੁਰੂ ਨੇ ਮਿਹਰ ਕੀਤੀ। ਭਰਮ ਮੋਹ ਦੀ ਜਿਹੜੀ ਨੀਂਦ 'ਚ ਬੰਦਾ ਸੁੱਤਾ ਪਿਆ, ਭਾਈ ਨੰਦ ਲਾਲ ਜੀ ਜਾਗ ਗਏ ਜੀ। ਮੋਹ ਦੀ ਨੀਂਦ ਆਵੀ ਮੇਰਾ ਹਾਏ ਮੇਰਾ, ਅਟੈਚਮੈਂਟ। ਇੱਕ ਨੀਂਦ ਹੈ, ਗੂੜੀ ਨੀਂਦ ਹੈ। ਸਾਰਾ ਸੰਸਾਰ ਸੁੱਤਾ ਪਿਆ ਜੀ ਇਹਦੇ ਵਿੱਚ ਜੀ। ਮੈਂ ਵੀ ਸੁੱਤਾ ਜੀ। ਪਰ ਜਿਨ੍ਹਾਂ ਉੱਤੇ ਮਹਾਰਾਜ ਮਿਹਰ ਕਰਦੇ ਉਹ ਜਾਗ ਜਾਂਦੇ ਜੀ। ਹਾਥ ਜੋਰ ਬੋਲਿਓ ਤਿਸ ਕਾਲ, ਨਾਨਕ ਨਦਰੀ ਨਦਰ ਨਿਹਾਲ। ਭਾਈ ਨੰਦ ਲਾਲ ਨੇ ਹੱਥ ਜੋੜੇ, ਗੁਰੂ ਗੋਬਿੰਦ ਸਿੰਘ ਜੀ ਨੇ ਮਿਹਰ ਕੀਤੀ, ਨਾਨਕ ਨਦਰੀ ਨਦਰ ਨਿਹਾਲ। ਇਹ ਮੈਂ ਤਾਂ ਥੋੜ੍ਹੀ ਜਿਹੀ ਵਿਸ਼ੇਸ਼ ਬੇਨਤੀ ਕਰ ਰਿਹਾ ਵੀ ਇੰਨਾ ਕੁਝ ਕਰਕੇ ਜੋ ਮਿਲਣਾ ਸੀ ਸਤਿਗੁਰਾਂ ਨੇ ਦ੍ਰਿਸ਼ਟੀ ਪਾ ਕੇ ਦੇ ਦਿੱਤਾ ਜੀ। ਇੱਕ ਗੁਰਮੁਖ ਪਿਆਰੇ ਕਹਿ ਰਹੇ ਸੀ, ਕਹਿੰਦੇ ਰੱਬ ਦੇ ਰਸਤੇ ਤੇ ਤੁਸੀਂ 100 ਕਦਮ ਇਕੱਲੇ ਪੁੱਟਦੇ ਹੋ ਨਾ,
ਇੱਕ ਕਦਮ ਪੁੱਟਣ ਦੇ ਬਰਾਬਰ ਹੈ। ਜਦੋਂ ਇਹੋ ਗੁਰੂ ਦੀ ਸੰਗਤ, ਸਤਿਗੁਰਾਂ ਦੇ ਪਿਆਰਿਆਂ ਦੀ ਸੰਗਤ ਵਿੱਚ ਜਦੋਂ ਪਰਮੇਸ਼ਰ ਦੇ ਪਾਸੇ ਕਦਮ ਪੁੱਟਦੇ ਹੋ, ਇੱਕ ਕਦਮ ਪੁੱਟਦੇ ਹੋ 100 ਦੇ ਬਰਾਬਰ ਹੋ ਜਾਂਦਾ ਜੀ। ਕਿੱਡੀ ਵਾਹਿਗੁਰੂ ਦੀ ਖੇਡ ਹੈ ਜੀ। ਮਹਾਰਾਜ ਨੇ ਕਿਰਪਾ ਕੀਤੀ, ਕਿਰਪਾ ਪਾਏ ਇਮ ਸਤਿਗੁਰ ਕੇਰੀ, ਨਿਕਟ ਰਹਿਓ ਮਨ ਪ੍ਰੀਤ ਕਨੇਰੀ। ਇਉਂ ਵਾਹਿਗੁਰੂ ਵਿੱਚ ਬਹੁਤੀ ਪ੍ਰੀਤ ਜਿਹੜੀ ਹੈ ਉਹ ਨੰਦ ਲਾਲ ਜੀ ਦੀ ਪੈ ਗਈ ਜੀ। ਬਹੁਤੀ ਪ੍ਰੀਤ ਜੀ, ਜਿਹਨੂੰ ਬਾਣੀ 'ਚ ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਔਰ ਇਹ ਪ੍ਰੀਤ ਬੜੀ ਮਹਿੰਗੀ ਹੈ। ਮੇਰੀ ਪ੍ਰੀਤ ਗੋਬਿੰਦ ਸਿਓ ਜਿਣ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਦਿਲ ਦਿੱਤਾ, ਦਿਲ ਦਿੱਤਾ ਪ੍ਰੀਤ। ਕਹਿੰਦੇ ਤਾਓ ਕਸੋਟੀ ਬਿਨ ਮਨ ਖੋਵਾ, ਬਾਰਹ ਬੰਨੀ ਕੰਚਨ ਹੋਵਾ। ਭਾਈ ਨੰਦ ਲਾਲ ਜੀ ਦਾ ਮਨ ਇਉਂ ਹੋ ਗਿਆ ਜਿਵੇਂ ਕਸੌਟੀ ਸਹਿ ਸਹਿ ਕੇ ਸੋਨਾ 12 ਵੰਨੀ ਦਾ ਸ਼ੁੱਧ ਮੰਨਿਆ ਜਾਂਦਾ। ਮਨ ਸ਼ੁੱਧ ਹੋ ਗਿਆ। ਬੈਠ ਸਭਾ ਮਹਿ ਸਤਿਗੁਰ ਆਗੇ, ਮਹਿਮਾ ਕਰਹਿ ਗੁਰਨ ਅਨੁਰਾਗੇ। ਪਿਆਰ ਵਿੱਚ ਆ ਕੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੀ ਮਹਿਮਾ ਕਰਨ ਲੱਗ ਪਏ। ਜਿਹਨੂੰ ਆਪਾਂ ਪੜ੍ਹਦੇ ਪਿੱਛੇ ਜੇ ਆਪਾਂ ਹੋਲੇ ਮਹੱਲੇ ਵਾਲੇ ਦਿਨ ਕੁਝ ਕੁ ਬੋਲਾਂ ਦੇ ਅਰਥ ਕੀਤੇ ਸੀ। ਭਾਈ ਨੰਦ ਲਾਲ ਜੀ ਕਹਿੰਦੇ ਜਿੰਨੇ ਸ਼ਹਿਨਸ਼ਾਹ ਨੇ ਇਸ ਸੰਸਾਰ ਵਿੱਚ, ਉਹਨਾਂ ਦੇ ਵੀ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਹਨ ਜੀ। ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਗੁਰੂ ਦੀ ਮਹਿਮਾ ਕੀਤੀ ਜੀ। ਮਹਿਮਾ ਉਹਦੀ ਬੰਦਾ ਕਰਦਾ ਜਿਹਦੇ ਤੋਂ ਕੁਝ ਮਿਲਦਾ ਜੀ। ਭਾਈ ਨੰਦ ਲਾਲ ਜੀ ਦੀ ਤੇ ਜ਼ਿੰਦਗੀ ਦਾ ਸਵਾਲ ਸੀ। ਗੁਰੂ ਜੀ ਨੇ ਮਿਹਰ ਕੀਤੀ, ਉਹ ਬਖਸ਼ਿਸ਼ ਕੀਤੀ ਜਿਹੜੀ ਬੋਲ ਕੇ ਬਿਆਨ ਨਹੀਂ ਹੋ ਸਕਦੀ। ਸਾਧ ਸੰਗਤ ਜੀ, ਵਿੱਚ ਫਾਰਸੀ ਬੈਂਤ ਬਣਾਵੇ। ਫਾਰਸੀ ਦੇ ਵਿੱਚ, ਪਰਸ਼ੀਅਨ ਬੋਲੀ ਵਿੱਚ ਬੈਂਤ ਬਣਾਉਂਦੇ ਆ ਵਿਦਵਾਨ ਇੰਨੇ ਜ਼ਿਆਦਾ ਹੈ। ਮਾਨੋ ਫਾਰਸੀ ਵਾਲਿਆਂ ਨੂੰ ਵੀ ਗੁਰੂ ਦੀ ਮਹਿਮਾ ਦਾ ਪਤਾ ਲੱਗ ਜਾਵੇ ਜੀ। ਰੁਚਿ ਦੇ ਬਾਕ ਕਹਿ ਗੁਰੂ ਰਜਾਵੈ, ਅੰਦਰ ਅੰਮ੍ਰਿਤ ਸੀਗਾ, ਮੁਖ ਤੋਂ ਅੰਮ੍ਰਿਤ ਨਿਕਲਦਾ। ਨੰਦ ਲਾਲ ਜੀ ਸਤਿਗੁਰੂ ਜੀ ਨੂੰ ਖੁਸ਼ ਕਰਦੇ ਆ। ਅੱਗੋਂ ਹੁਣ ਕਥਾ ਸੁਣੀਏ, ਪਿਆਰ ਨਾਲ ਗੱਜ ਕੇ ਆਖੋ ਸਤਿਨਾਮ। ਹਾਂਜੀ। ਕੇਤਿਕ ਦਿਵਸ ਵਾਸ ਕਰ ਪਾਸ, ਕੁਝ ਦਿਨ ਭਾਈ ਨੰਦ ਲਾਲ ਜੀ ਸਤਿਗੁਰੂ ਜੀ ਦੇ ਕੋਲ ਰਹੇ। ਵਿਦਾ ਹੋਏ ਪੁਨ ਗਇਓ ਆਵਾਸ। ਤੇ ਸਾਧ ਸੰਗਤ ਜੀ ਮੁੜ ਵਿਦਾ ਹੋ ਗਏ ਤੇ ਜਿੱਥੇ ਰਹਿੰਦੇ ਸਨ ਭਾਈ ਨੰਦ ਲਾਲ ਜੀ ਉੱਥੇ ਚਲੇ ਗਏ। ਸਦਾ ਧਿਆਨ ਸਤ ਗੁਰ ਕੋ ਧਾਰੈ, ਹਾਂਜੀ। ਬੈਠਤ ਉਠਤ ਨਾਮ ਸੰਭਾਰੈ। ਬੈਠਦਿਆਂ ਤੇ ਉੱਠਦਿਆਂ ਨਾਮ ਵਿੱਚ ਧਿਆਨ ਲੱਗ ਗਿਆ ਜੀ। ਕਿਉਂ? ਆਸਰਾ ਹੁਣ ਨਾਮ ਰਹਿ ਗਿਆ ਜੀ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਉਠਤ ਬੈਠਤ ਸੋਵਤ ਨਾਮ। ਤੁਸੀਂ ਵੀ ਬੋਲੋ ਪੰਗਤੀ, ਉਠਤ ਬੈਠਤ ਸੋਵਤ ਨਾਮ। ਕਹੋ ਨਾਨਕ ਜਨ ਕੈ ਸਦ ਕਾਮ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਇੱਕ ਸਮਾਂ ਇਹੋ ਜਿਹਾ ਆ ਜਾਂਦਾ, ਜਨ ਦਾ ਸੇਵਕ ਦਾ ਇਹ ਕੰਮ ਬਣ ਜਾਂਦਾ। ਉੱਠਦਿਆਂ ਬੈਠਦਿਆਂ, ਕਮਾਲ ਦੀ ਗੱਲ ਹੈ। ਗੁਰੂ ਦੀ ਬਾਣੀ, ਸੁੱਤਿਆਂ ਵੀ ਨਾਮ ਜਪਦਾ ਬੰਦਾ ਜੀ। ਸੁੱਤਿਆਂ ਤੇ ਸਾਨੂੰ ਹੋਸ਼ ਹੀ ਨਹੀਂ ਹੁੰਦੀ ਜੀ। ਸੁੱਤਿਆਂ ਤਾਂ ਸਾਡਾ ਵਸ ਨਹੀਂ ਨਾ ਕੋਈ। ਜਦੋਂ ਸੌਂ ਗਏ ਫਿਰ ਤੇ ਵਸ ਹੀ ਕੋਈ ਨਹੀਂ ਜੀ ਕਿਸੇ ਦਾ। ਪਰ ਉਹ ਕਿਹੜੀ ਅਵਸਥਾ ਹੈ ਜਿਹਨੂੰ ਗੁਰੂ ਅਰਜਨ ਦੇਵ ਜੀ ਕਹਿ ਰਹੇ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦ ਕਾਮ। ਬੋਲੋ ਜਸ ਜਿਹਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ। ਕਰਹਿ ਭਗਤ, ਕਰਹਿ ਭਗਤ ਆਤਮ ਕੈ ਚਾਏ।
ਆਤਮਾ ਦੇ ਚਾਅ ਨਾਲ ਫਿਰ ਰੱਬ ਦੇ ਪਿਆਰੇ ਭਗਤੀ ਕਰਦੇ ਜੀ। ਗੁਰੂ ਸਾਹਿਬ ਨੇ ਮਿਹਰ ਕੀਤੀ ਜੀ। ਨੰਦ ਲਾਲ ਜੀ ਉੱਠਦਿਆਂ ਬੈਠਦਿਆਂ ਨਾਮ ਹੀ ਜਪਦੇ ਸਨ, ਨਾਮ ਦੀ ਸੰਭਾਲ ਕਰਦੇ ਸਨ। ਗੁਰ ਕਰਕੇ ਦਸਮੋ ਪਾਤਸ਼ਾਹ, 10ਵੇਂ ਪਾਤਸ਼ਾਹ ਨੂੰ ਫਿਰ ਉਹਨਾਂ ਗੁਰੂ ਬਣਾਇਆ ਸੀ ਨਾ ਜੀ। ਹਾਂਜੀ, ਸਿੱਖੀ ਮਗ ਮਹਿ ਮਹਾ ਉਮਾਹ, ਜਗਤ ਵਿੱਚ ਸਿੱਖੀ ਦਾ ਪ੍ਰਚਾਰ ਇਹਨਾਂ ਵੀ ਕਰਨਾ ਜੀ। ਪਰ ਪਹਿਲਾਂ ਸਿੱਖੀ ਦੇ ਰਸਤੇ ਤੁਰਨ ਦਾ ਉਮਾਹ ਪੈਦਾ ਹੋ ਗਿਆ ਜੀ, ਚਾਓ ਪੈਦਾ ਹੋ ਗਿਆ ਜੀ। ਇੱਕ ਹੈਗਾ ਵੀ ਧੱਕੇ ਸਟਾਰਟ ਨਾਲ ਹੌਲੀ ਹੌਲੀ ਲੱਗੇ ਰਹਿਣਾ ਜੀ, ਇੱਕ ਹੈ ਚਾਅ ਨਾਲ ਤੁਰਨਾ ਜੀ। ਧੱਕਾ ਆ ਵੀ 5 ਬਾਣੀਆਂ ਕਰਨੀਆਂ ਪੈਣੀਆਂ, ਇੱਕ ਡੀਕਦੇ ਆ ਵੀ ਕਦੋਂ ਅੰਮ੍ਰਿਤ ਵੇਲਾ ਹੋਵੇ ਤੇ ਛੇਤੀ ਛੇਤੀ ਬਾਣੀਆਂ ਪੜ੍ਹੀਏ ਜੀ। ਚਾਅ ਹੋ ਗਿਆ ਨਾ ਜੀ। ਹਾਂਜੀ, ਸ਼ਹਿਜ਼ਾਦੇ ਕੇ ਨਿਕਟ ਰਹੰਤਾ, ਇਹ ਸਭ ਕੁਝ ਕਰਦੇ ਆ ਭਾਈ ਨੰਦ ਲਾਲ ਜੀ ਬਹਾਦਰ ਸ਼ਾਹ ਦੇ ਲਾਗੇ ਰਹਿੰਦੇ ਹਨ। ਸੁਮਤਵੰਤ ਜਿਮ ਸੰਤ ਮਹੰਤਾ, ਤੇ ਗੁਰਮੁਖੋ ਬੜੇ ਸਿਆਣੇ ਨੇ, ਬੜੇ ਸਿਆਣੇ ਨੇ। ਇੰਜ ਨੇ ਜਿਵੇਂ ਸੰਤ ਮਹਾਤਮਾ ਰਹਿੰਦੇ ਆ ਨਾ, ਉਵੇਂ ਭਾਈ ਨੰਦ ਲਾਲ ਜੀ ਰਹਿੰਦੇ ਸੀਗੇ ਜੀ, ਉਵੇਂ ਨੰਦ ਲਾਲ ਜੀ ਰਹਿੰਦੇ ਸੀਗੇ ਜੀ। ਹਾਂਜੀ, ਰਹਿਤ ਬਹਾਦਰ ਸ਼ਾਹ ਨਜੀਕਾ, ਹਾਂਜੀ। ਤਿਸੈ ਬਤਾਵੇ ਮਾਰਗ ਨਿਕਾ, ਬਹਾਦਰ ਸ਼ਾਹ ਨੂੰ ਵੀ ਗੁਰੂ ਦਾ ਰਸਤਾ ਦੱਸਣਾ, ਖੁਦਾ ਦਾ ਰਸਤਾ ਦੱਸਣਾ ਜੀ। ਹਾਂਜੀ, ਮਤਵੰਤਨ ਮੈਂ ਗਿਨੀਏ ਸਾਰੇ, ਸਾਰੇ ਆਸੇ ਪਾਸੇ ਇਹ ਹੋ ਗਿਆ ਵੀ ਬਾਦਸ਼ਾਹ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਦੇ ਕੋਲ ਬੜਾ ਵੱਡਾ ਵਿਦਵਾਨ ਰਹਿੰਦਾ ਹੈ। ਹਾਂਜੀ, ਨਿਪੁੰਨ ਫਾਰਸੀ ਇਲਮ ਮਝਾਰੇ, ਜਿਹੜਾ ਫਾਰਸੀ ਦੇ ਵਿੱਚ ਨਿਪੁੰਨ ਹੈ, ਪਰਸ਼ੀਅਨ ਉਹਨੂੰ ਬੋਲੀ ਇਹ ਸੀਗੀ ਮੇਨ ਜੀ। ਹਾਂਜੀ, ਔਰੰਗ ਕੋ ਪ੍ਰਤਾਪ ਬੜ ਬਾਡਾ, ਔਰੰਗ ਕੋ ਪ੍ਰਤਾਪ ਬੜ ਬਾਡਾ, ਉਧਰੋਂ ਔਰੰਗਜ਼ੇਬ ਦਾ ਪ੍ਰਤਾਪ ਸੀਗਾ ਜੀ ਬੜਾ। ਹਾਂਜੀ, ਦੁਸ਼ਟ ਵਿਸ਼ਾਲ ਸ਼ਰਾ ਮੈਂ ਗਾਡਾ, ਪਰ ਉਹ ਦੁਸ਼ਟ ਸੀਗਾ ਜੀ ਬੜਾ ਵੱਡਾ। ਸ਼ਰ੍ਹਾ ਦੇ ਵਿੱਚ ਉਹਦਾ ਧਿਆਨ ਸੀਗਾ ਵੀ ਸਭ ਦੁਨੀਆ ਸ਼ਰ੍ਹਾ 'ਚ ਕਰ ਦੇਣੀ ਹੈ। ਹਾਂਜੀ, ਹਿੰਦੁਨ ਕੋ ਦੁਖੀ ਮਤ ਮੂੜਾ, ਹਿੰਦੂ ਧਰਮ ਦਾ ਤੇ ਬਹੁਤਾ ਹੀ ਵੱਡਾ ਦੋਖੀ ਸੀਗਾ ਜੀ ਉਹ। ਸਭ ਸੰਤਨ ਸੋ ਬਾਦੀ ਗੂੜਾ, ਸਾਰੇ ਸੰਤਾਂ ਮਹਾਂਪੁਰਖਾਂ ਨੂੰ ਦੁੱਖ ਹੀ ਦਿੰਦਾ ਸੀ। ਕਿੱਡਾ ਦੁਸ਼ਟ ਹੋਏਗਾ ਜਿਹਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਵੱਖਰਾ ਕਰਾਇਆ ਜੀ। ਕੋਈ ਛੋਟੀ ਦੁਸ਼ਟਤਾ ਥੋੜੀ ਆ ਜੀ ਇਹ। ਹਾਂਜੀ, ਤੁਰਕ ਤੇਜ ਕੀ ਜਰਾ ਉਖਾਰਨ, ਉਹਨਾਂ ਤੁਰਕਾਂ ਦੀ, ਦੁਸ਼ਟਾਂ ਦੀ, ਦੁਸ਼ਟ ਬੰਦਿਆਂ ਦੀ। ਤੁਰਕ ਤੇ ਬੜੇ ਬੜੇ ਚੰਗੇ ਵੀ ਹੋਏ ਆ ਗੁਰਮੁਖੋ। ਹਾਂਜੀ, ਐਸੇ ਦੁਸ਼ਟਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ, ਰਾਜ ਪ੍ਰਤਾਪ ਵਿਨਾਸ਼ਨ ਕਾਰਨ, ਉਹਨਾਂ ਦਾ ਪ੍ਰਤਾਪ ਨਾਸ਼ ਕਰਨ ਵਾਸਤੇ। ਜਾਂ ਤੇ ਪ੍ਰਭ ਕੀਨੋ ਸੁਲਤਾਨ, ਹਾਂਜੀ, ਕਰਤਾ ਆਪਨ ਆਪਨ ਕੋ ਹਾਨ, ਆਖੋ ਵਾਹਿਗੁਰੂ। ਕਹਿੰਦੇ ਪਰਮੇਸ਼ਰ ਨੇ ਕੋਈ ਪੂਰਬਲਾ ਪੁੰਨ ਵੇਖਿਆ ਸੀ ਨਰੰਗੇ ਦਾ, ਉਹਨੂੰ ਸੁਲਤਾਨ ਬਣਾਇਆ ਜੀ। ਪਰ ਹੁਣ ਉਹਦੇ ਆਪ ਪਾਪ ਵੇਖ ਕੇ ਉਹਨੂੰ ਲਾਉਣਾ ਵੀ ਹੈ ਵਾਹਿਗੁਰੂ ਨੇ। ਹਾਂਜੀ, ਜਿਮ ਰਾਵਨ ਮਨ ਦੋਖੀ ਹੋਵਾ, ਹਾਂਜੀ। ਰਾਜ ਰਾਖਸ਼ਨ ਘਰ ਤੇ ਖੋਵਾ, ਜਿਮ ਰਾਵਣ ਮਨ ਦੋਖੀ ਹੋਵਾ, ਜਿਵੇਂ ਰਾਵਣ ਮੁਨੀਆਂ ਦਾ, ਰੱਬ ਦੇ ਪਿਆਰਿਆਂ ਦਾ ਦੋਖੀ ਬਣ ਚੁੱਕਾ ਸੀਗਾ ਜੀ। ਤੇ ਉਹਨੂੰ ਹੈ ਤਾਂ ਰਾਖਸ਼ ਸੀਗਾ ਜੀ ਉਹ। ਉਹਦਾ ਪ੍ਰਤਾਪ ਮੇਟਣ ਵਾਸਤੇ ਕਰੀ ਅਵਗਿਆ ਰਘੁਬਰ ਕੇਰੀ, ਪਰਮੇਸ਼ਰ ਨੇ ਰਾਮ ਨੂੰ ਸਾਜਿਆ ਜੀ, ਸ਼੍ਰੀ ਰਾਮ ਜੀ ਨੂੰ। ਆਖੋ ਵਾਹਿਗੁਰੂ। ਹਾਂਜੀ, ਸਾਬਿਦ ਕੀਨ ਹਾਨ ਤਿਸ ਬੇਰੀ, ਉਹਨਾਂ ਨੇ ਫਿਰ ਰਾਵਣ ਦੀ ਹਾਨੀ ਕੀਤੀ ਜੀ, ਰਾਵਣ ਦਾ ਨਾਸ ਕੀਤਾ। ਪਰ ਚੇਤਾ ਰੱਖਿਓ 10ਵੇਂ ਪਾਤਸ਼ਾਹ ਦੀ ਉਡਾਰੀ ਬੜੀ ਵੱਡੀ ਹੈ। ਉਹ ਕਹਿੰਦੇ ਤੈਥੋਂ ਹੀ ਬਲ ਰਾਮ ਲੈ, ਇਹਦਾ ਮਤਲਬ ਸ਼੍ਰੀ ਰਾਮ ਚੰਦਰ ਜੀ ਨੇ ਵੀ ਕਿਸੇ ਕੋਲੋਂ ਤਾਕਤ ਲਈ ਜੀ। ਨਾਲ ਬਾਣਾ ਦਹ ਸਿਰ ਕਾਇਆ, ਤੀਰਾਂ ਦੇ ਨਾਲ 10 ਸਿਰਾਂ ਵਾਲਾ ਮਾਰਿਆ ਜੀ ਉਹਨਾਂ ਨੇ। ਪਰ ਉਹ ਕਹਿੰਦੇ ਰਾਮ ਜੀ ਪਿੱਛੇ ਆਪ ਨਹੀਂ, ਕੋਈ ਤਾਕਤ ਹੈਗੀ ਹੈ। ਤੈਥੋਂ ਹੀ ਬਲ ਰਾਮ ਲੈ, ਜਿਹਦੇ ਤੋਂ ਤਾਕਤ ਰਾਮ ਜੀ ਨੇ ਲਈ ਜੀ। ਅੱਗੋਂ ਦੱਸਦੇ ਆ, ਕਹਿੰਦੇ ਰਾਮ ਜੀ ਨੂੰ ਪਰਮੇਸ਼ਰ ਨੇ ਪੈਦਾ ਕੀਤਾ ਵੀ ਇਸ ਰਾਵਣ ਦਾ ਨਾਸ ਕਰਨਾ ਹੈ। ਹਾਂਜੀ, ਕਰੀ ਅਵਗਿਆ ਤਿਮ ਸਤ ਗੁਰ ਕੀ, ਹਾਂਜੀ। ਕੋ ਕੁਮਤ ਕਹੈ ਤਿਸ ਉਰ ਕੀ, ਕਹਿੰਦੇ ਇਸੇ ਤਰ੍ਹਾਂ ਇਹ ਦੁਸ਼ਟ ਨਰੰਗਾ ਹੈ, ਇਹਦੇ ਪੁੰਨ ਬਹੁਤ ਜ਼ਿਆਦਾ ਸਨ।
ਇਹਨੇ ਮਹਾਂਪੁਰਖਾਂ ਰੱਬ ਦੇ ਪਿਆਰਿਆਂ ਨਾਲ ਵੈਰ ਕਮਾਇਆ, ਫਿਰ ਤਿਮ ਸਤਿਗੁਰ ਦਸਵੇਂ ਪਾਤਸ਼ਾਹ। ਤੇ ਫਿਰ ਪਰਮੇਸ਼ਰ ਨੇ 10ਵੇਂ ਪਾਤਸ਼ਾਹ ਨੂੰ ਭੇਜਿਆ। ਆਖੋ ਵਾਹਿਗੁਰੂ। ਵੀ ਇਸ ਦੁਸ਼ਟ ਦਾ ਨਾਸ ਕਰਨਾ। ਸ਼ੁਰੂ ਤੋਂ ਲੈ ਕੇ ਹੁਣ ਤੱਕ ਦੈਂਤ ਵੀ ਆਏ ਆ, ਦੇਵਤੇ ਵੀ ਆਏ ਆ, ਅਵਤਾਰ ਵੀ ਆਏ ਆ। ਹਾਂਜੀ। ਕਰਿਓ ਵਿਨਾਸ਼ਨ ਸਭ ਵਿਦ ਤਾਹ। ਤੇ 10ਵੇਂ ਪਾਤਸ਼ਾਹ ਨੇ ਕੀ ਕੀਤਾ ਜੀ? ਕਰਿਓ ਵਿਨਾਸ਼ਨ ਸਭ ਵਿਦ ਤਹਾਂ। ਮਹਾਰਾਜ ਗਰੀਬ ਨਵਾਜ ਨੇ ਹਰ ਤਰ੍ਹਾਂ ਦੇ ਨਾਲ ਉਹਦਾ ਰਾਜ ਭਾਗ ਸਭ ਕੁਝ ਨਾਸ ਕਰ ਦਿੱਤਾ ਜੀ। ਦਿਖਾਓ ਕਿਤੇ ਅੱਜ ਨੌਰੰਗੇ ਦਾ ਵੇਖਦਾ ਜੀ ਕੁਛ ਨਹੀਂ। ਹਾਂਜੀ। ਦੋਹਰਾ ਅਨਕ ਮੁਲਾ ਨੇ ਢਿਗ ਰਹੇ ਔਰੰਗ ਤੇ ਧਨ ਪਾਏ। ਪਰ ਉਦੋਂ ਉਹ ਬਾਦਸ਼ਾਹ ਸੀਗਾ ਜੀ। ਬਹੁਤ ਸਾਰੇ ਮੁਲਾਣੇ ਵਿਦਵਾਨ ਔਰੰਗਜ਼ੇਬ ਕੋਲ ਰੱਖਦਾ ਸੀ ਤੇ ਤਨਖਾਹਾਂ ਦਿੰਦਾ ਹੁੰਦਾ ਸੀ ਉਹਨਾਂ ਨੂੰ ਜੀ। ਹਾਂਜੀ। ਕਰਤ ਕੁਰਾਨ ਮਾਏ ਨੇ ਜਸ ਜਿਸ ਕੀ ਮਤ ਆਏ। ਉਹ ਕੁਰਾਨ ਸ਼ਰੀਫ ਦੇ ਅਰਥ ਕਰ ਕਰਕੇ ਦੱਸਦੇ ਹੁੰਦੇ ਸੀ। ਮਾਇਨਾ ਕਹਿੰਦੇ ਅਰਥ ਨੂੰ। ਨੌਰੰਗਾ ਸੁਣਦਾ ਹੁੰਦਾ ਸੀਗਾ ਜੀ ਅਰਥ। ਕਥਾ ਤੇ ਬੜੀ ਸੁਣਦਾ ਸੀਗਾ। ਆਖੋ ਵਾਹਿਗੁਰੂ। ਵਾਹਿਗੁਰੂ। ਗੱਲ ਉਹ ਜਿਹੜੀ ਬਾਬੇ ਰਾੜੇ ਵਾਲਿਆਂ ਦੀ ਦੱਸੀ ਜੀ, ਵੀ 5 ਵਕਤ ਦਾ ਨਮਾਜ਼ੀ ਵੀ ਸੀ, ਪਰ ਚੁਗਲੀ, ਨਿੰਦਿਆ, ਹੰਕਾਰ ਸਭ ਕੁਝ ਸਿਖਰਾਂ ਤੇ ਸੀਗਾ। ਨਮਾਜ਼ ਵੀ ਲੱਗਦੀ ਨਹੀਂ ਸੀ ਉਹਨੂੰ। ਕਹਿੰਦੇ ਖੁਰਾਕ ਤੇ ਬੜੀ ਖਾਂਦਾ, ਲੱਗਦੀ ਨਹੀਂ ਹੈ। ਸਾਧ ਸੰਗਤ ਜੀ, ਸੁਭਾਅ ਮੁਤਾਬਕ ਬੰਦਗੀ ਦੀ ਖੁਰਾਕ ਵੀ ਨਹੀਂ ਲੱਗਦੀ ਬੰਦੇ ਨੂੰ। ਹੁਣ ਇਹ ਤੇ 5 ਵਕਤ ਦਾ ਨਮਾਜ਼ੀ ਸੀ ਪੱਕਾ। ਭਾਈ ਸੰਤੋਖ ਸਿੰਘ ਲਿਖਦੇ ਵੀ ਅਰਥ ਸੁਣਦਾ ਸੀਗਾ, ਕੁਰਾਨ ਦੀ ਕਥਾ ਸੁਣਦਾ ਸੀ। ਚੌਪਈ ਖਾਸ ਕਚਹਿਰੀ ਲਾਗੇ ਜਹਾਂ। ਇੱਕ ਇਹਦੀ ਖਾਸ ਕਚਹਿਰੀ ਸੀਗੀ ਗੁਰਮੁਖੋ। ਹਾਂਜੀ। ਹੁਤੋ ਦਰੋਗਾ ਪ੍ਰੇਮੀ ਤਹਾਂ। ਉੱਥੇ ਇੱਕ ਬੜਾ ਪ੍ਰੇਮੀ ਦਰੋਗਾ ਸੀਗਾ ਜੀ। ਹਾਂਜੀ। ਨੰਦ ਲਾਲ ਸੰਗ ਰਾਖਤ ਪ੍ਰੀਤ। ਉਹ ਦਰੋਗਾ ਨੰਦ ਲਾਲ ਜੀ ਨਾਲ ਪਿਆਰ ਕਰਦਾ ਹੁੰਦਾ ਸੀਗਾ ਜੀ। ਮਿਲ ਮਸਲੇ ਕੋ ਕਰਤਾ ਨੀਤ। ਉਹ ਮਿਲ ਕੇ ਸਲਾਹ ਕਰਦਾ ਹੁੰਦਾ ਸੀਗਾ ਨੰਦ ਲਾਲ ਜੀ ਨਾਲ। ਕੁਦਰਤੀ ਹੈ, ਰੱਬ ਦਾ ਪਿਆਰਾ ਚੰਗਾ ਲੱਗਣ ਲੱਗ ਪੈਂਦਾ ਜੀ। ਹਾਂਜੀ। ਸ਼ੋਕ ਖੁਦਾਏ ਮਿਲਨ ਕੋ ਧਰੈ। ਉਹਨੂੰ ਖੁਦਾ ਨਾਲ ਮਿਲਣ ਦਾ ਸ਼ੌਂਕ ਸੀਗਾ ਜੀ ਉਹ ਦਰੋਗੇ ਨੂੰ ਜੀ। ਹਾਂਜੀ। ਇਸ ਦਿਸ਼ ਕੀ ਬਾਤੈਂ ਬਹੁ ਕਰੇ। ਇਸ ਕਰਕੇ ਉਸ ਦਰੋਗੇ ਨੇ ਨੰਦ ਲਾਲ ਜੀ ਦੇ ਨਾਲ ਖੁਦਾ ਦੀਆਂ ਗੱਲਾਂ ਕਰਨੀਆਂ ਜੀ। ਬੂਝਤ ਨੰਦ ਲਾਲ ਕੇ ਸੰਗਾ। ਉਹਨੇ ਭਾਈ ਨੰਦ ਲਾਲ ਜੀ ਨੂੰ ਪੁੱਛਣਾ, ਇਹ ਪਾਖੈ ਜਸ ਗੁਰੂ ਉਤੰਗਾ। ਵੀ ਰੱਬ ਦਾ ਰਾਹ ਦੱਸ। ਤੇ ਨੰਦ ਲਾਲ ਜੀ ਨੇ ਬਾਜਾਂ ਵਾਲੇ ਸਤਿਗੁਰਾਂ ਦੀ ਸਿਫਤ ਕਰਨ ਲੱਗ ਪੈਣੀ। ਆਖੋ ਵਾਹਿਗੁਰੂ। ਬੂਝਤ ਨੰਦ ਲਾਲ ਕੇ ਸੰਗਾ। ਉਹ ਖੁਦਾ ਦਾ ਰਾਹ ਪੁੱਛਦਾ ਸੀ। ਇਹ ਭਾਖੈ ਜਸ ਗੁਰੂ ਉਤੰਗਾ। ਤੇ ਨੰਦ ਲਾਲ ਜੀ ਉਹਨੂੰ ਮਹਾਰਾਜ ਦੀਆਂ ਸਿਫਤਾਂ ਦੱਸਦੇ ਸੀ ਵੀ ਜੇ ਰੱਬ ਲੈਣਾ ਹੈ, ਰੱਬ ਵੇਖਣਾ ਹੈ, ਤੇ ਆਨੰਦਾਂ ਦੀ ਪੁਰੀ ਵਿੱਚ ਚਲੇ ਜਾ। ਹਾਂਜੀ। ਏਕ ਮਾਇਨਾ ਅਰਿਓ ਨਾ ਹੋਏ। ਹਾਂਜੀ। ਨੌ ਰੰਗ ਬੂਝਤ ਸਭ ਕੋ ਸੋਏ। ਉਧਰੋਂ ਦੱਸਦੇ ਐ ਵੀ ਬਾਹਰਲੇ ਮੁਲਕ ਚੋਂ ਇੱਕ ਵਿਦਵਾਨ ਆਇਆ। ਉਹਨੇ ਕੁਰਾਨ ਸ਼ਰੀਫ ਦੀ ਆਇਤ ਦਿੱਤੀ ਵੀ ਬਾਦਸ਼ਾਹ ਇਹਦੇ ਅਰਥ ਕਰਾ ਦਿਓ। 1400 ਵਿਦਵਾਨਾਂ ਨੇ ਅਰਥ ਕੀਤੇ ਜੀ, ਪਰ ਕੰਮ ਅੜ ਗਿਆ, ਅਰਥ ਫਿੱਟ ਨਾ ਬਹਿਣ। ਹਾਂਜੀ। ਜਿਤਕ ਮੁਲਾਨੇ ਸੁਮਤ ਕਹਾਵੇ। ਜਿੰਨੇ ਵੀ ਨੌਰੰਗੇ ਕੋਲ ਮੁਲਾਨੇ ਸੀਗੇ 1400 ਸੀਗੇ ਜੀ। ਹੁੰਦੇ ਜੀ 1400 ਥੋੜੇ ਨਹੀਂ ਹੁੰਦੇ ਮੁਲਾਣੇ। ਮੁਲਾਣਾ ਤੇ ਇੱਕ ਨਹੀਂ ਮਾਣ ਜੀ। ਹਾਂਜੀ। ਸਭ ਹਿਨ ਕੋ ਸੋ ਸੁਨੇ ਬੁਲਾਵੇ। ਉਹ ਸਾਰਿਆਂ ਮੁਲਾਣਿਆਂ ਨੂੰ ਉਹਨੇ ਸੱਦਿਆ, ਉਹਨਾਂ ਕੋ ਅਰਥ ਸੁਣੇ ਜੀ। ਨਹੀਂ ਤਸੱਲਾ ਤੇ ਕਿਸਤੇ ਹੋਈ। ਪਰ ਤਸੱਲੀ ਨਹੀਂ ਹੋਈ ਨੌਰੰਗੇ ਦੀ ਕਿਸੇ ਉੱਤੇ। ਮਤ ਅਨੁਸਾਰ ਕਹਿ ਸਭ ਕੋਈ। ਸਾਰੇ ਆਪੋ ਆਪਣੀ ਮਤ ਅਨੁਸਾਰ ਕਹਿੰਦੇ ਸੀਗੇ, ਪਰ ਨੰਦ ਲਾਲ ਜੀ ਦੀ ਮਤ ਤਾਂ ਪਰਮੇਸ਼ਰ ਚ ਮਿਲਾਤੀ ਸੀ ਮਹਾਰਾਜ ਨੇ ਜੀ। ਫਿਕਰ ਬੰਦ ਨੋ ਰੰਗ ਬਹੁ ਰਹਿ। ਨੰਦ ਲਾਲ ਵਾਹਿਗੁਰੂ ਨੰਦ ਲਾਲ ਜੀ ਦੀ ਮਤ ਤਾਂ ਪਰਮੇਸ਼ਰ ਚ ਮਿਲਾ ਦਿੱਤੀ ਸੀਗੀ ਜੀ। ਕੋਈ ਅੰਤ ਨਹੀਂ ਸੀਗਾ, ਮਤ ਪਰਮੇਸ਼ਰ ਚ ਰਲ ਗਈ ਸੀ। ਹੁਣ ਇੱਧਰ ਔਰੰਗਾ ਬੜਾ ਫਿਕਰਮੰਦ ਸੀ ਵੀ ਮੇਰੀ ਬੇਇੱਜ਼ਤੀ ਹੈ, ਵੀ ਬਾਦ ਵਿਦਵਾਨ ਤੇ ਇੰਨੇ ਰੱਖੇ ਤੇ ਅਰਥ ਕਿਸੇ ਕੋਲੋਂ ਨਹੀਂ ਹੋਇਆ। ਹਾਂਜੀ। ਕਰੇ ਮਾਇਨਾ ਸਭ ਸੋ ਕਹੈ। ਸਾਰਿਆਂ ਨੂੰ ਕਹੇ ਵੀ ਤੂੰ ਵੀ ਅਰਥ ਕਰ, ਤੂੰ ਵੀ ਕਰ, ਗੱਲ ਨਾ ਬਣੇ। ਹਾਂਜੀ।
ਅਨਕ ਇਲਮ ਕੇ ਆਲਮ ਜਾਵੇ। ਬੜੇ ਬੜੇ ਆਲਮ ਫਾਜ਼ਲ ਵਿਦਵਾਨ ਜਾਂਦੇ ਔਰੰਗਜ਼ੇਬ ਦੇ ਕੋਲ। ਹਾਂਜੀ, ਕਰੇ ਵਿਚਾਰਨ ਭਾਖ ਸੁਣਾਵੇ। ਵਿਚਾਰ ਕਰਕੇ ਦੱਸਦੇ ਵੀ ਇਹਦਾ ਮੁਆਇਨਾ ਇੰਝ ਹੋ ਸਕਦਾ। ਹਾਂਜੀ, ਤਉ ਨ ਕਿਸਤੇ ਆਇਓ ਸੋਏ। ਪਰ ਔਰੰਗਜ਼ੇਬ ਦੀ ਤਸੱਲੀ ਨਾ ਹੋਈ ਜੀ। ਹਾਂਜੀ, ਕਰ ਬੁੱਧ ਹਾਰ ਰਹੇ ਸਭ ਕੋਏ। ਵਿਚਾਰਿਆਂ ਨੇ ਬਥੇਰੇ ਯਤਨ ਕੀਤੇ, 1400 ਬੰਦਿਆਂ ਨੇ ਹਾਰ ਗਏ। ਨਰੰਗਾ ਕਹਿੰਦਾ ਨਹੀਂ, ਇਹਦਾ ਅਰਥ ਇਹ ਵੀ ਨਹੀਂ ਸਹੀ ਹੈਗਾ। ਇਹਦਾ ਮਤਲਬ ਇਹ ਹੈ ਵੀ ਵਿਦਵਾਨ ਤੇ ਫਿਰ ਔਰੰਗਜ਼ੇਬ ਵੀ ਵੱਡਾ ਹੋਇਆ ਜੀ। ਸੁਲਤਾਨਪੁਰ ਲੋਧੀ ਪੜਿਆ ਜੀ। ਆਖੋ ਵਾਹਿਗੁਰੂ। ਆ ਸੁਲਤਾਨਪੁਰ ਲੋਧੀ ਹੈ ਨਾ ਜੀ, ਇੱਥੇ ਪੜਿਆ ਸੀ ਔਰੰਗਜ਼ੇਬ ਆ ਕੇ। ਵਿਦਵਾਨ ਤੇ ਫਿਰ ਇਹ ਵੀ ਬੜਾ ਵੱਡਾ ਹੋਇਆ ਜੀ। ਹਾਂਜੀ, ਗਇਓ ਪਦਰ ਟਿਗ ਇੱਕ ਦਿਨ ਮਾਹੂ। ਹਾਂਜੀ, ਬੈਠਿਓ ਜਾਏ ਬਹਾਦਰ ਸ਼ਾਹੂ। ਬਹਾਦਰ ਸ਼ਾਹ ਇੱਕ ਦਿਨ ਆਪਣੇ ਪਿਤਾ ਔਰੰਗਜ਼ੇਬ ਨੂੰ ਮਿਲਣ ਗਿਆ ਜੀ। ਹਾਂਜੀ, ਬਹੁਤ ਮੁਲਾਨੇ ਬੈਠੇ ਤੀਰ। ਬਹੁਤ ਮੁਲਾਣੇ ਵਿਦਵਾਨ ਨਰੰਗੇ ਦੇ ਕੋਲ ਬੈਠੇ ਸਨ। ਕਹਿਨ ਕਰੇ ਨਿਜ ਨਿਜ ਤਤਬੀਰ। ਉਹ ਆਪੋ ਆਪਣੀਆਂ ਉਦਾਹਰਣਾਂ ਪ੍ਰਮਾਣਾਂ ਦੇ ਨਾਲ, ਅਕਲ ਦੇ ਨਾਲ ਅਰਥ ਸਿੱਧ ਕਰ ਰਹੇ ਸਨ। ਹਾਂਜੀ, ਕਿਸ ਕੋ ਕਹਿਓ ਨਾ ਖਾਤਰ ਲਿਆਵੇ। ਪਰ ਇਹਦੀ ਖਾਤਰ ਜਮਾ ਨਾ ਹੋਈ ਜੀ। ਨਰੰਗੇ ਦੀ ਤਸੱਲੀ ਨਾ ਹੋਵੇ, ਨਹੀਂ ਇਹ ਵੀ ਅਰਥ ਠੀਕ ਨਹੀਂ ਹੈ। ਨਹੀਂ ਮਾਇਨਾ ਇਹ ਬਨ ਆਵੇ। ਜੋ ਹੁਣ ਕੁਰਾਨ ਸ਼ਰੀਫ ਵਿੱਚ ਜੋ ਮੁਹੰਮਦ ਸਾਹਿਬ ਨੇ ਜਾਂ ਉਹਨਾਂ ਦੇ ਵੱਡਿਆਂ ਨੇ ਕਿਹਾ, ਉੱਥੋਂ ਤੱਕ ਪਹੁੰਚ ਹੀ ਨਾ ਸਕੇ ਕੋਈ ਜੀ। ਬਾਣੀ ਦੀਆਂ ਕਈ ਪੰਗਤੀਆਂ ਐਸੀਆਂ ਨੇ, ਵੱਡੇ ਵੱਡੇ ਵਿਦਵਾਨ ਅਰਥ ਤਸੱਲੀ ਨਹੀਂ ਕਰਾਉਂਦੇ ਬੰਦੇ ਦੀ। ਬੜੇ ਬੜੇ ਟੀਕੇ ਪੜ੍ਹ ਕੇ ਵੇਖ ਲਓ, ਤੁਹਾਡੀ ਤਸੱਲੀ ਨਹੀਂ ਹੋਏਗੀ। ਉੱਥੋਂ ਤੱਕ ਕੋਈ ਪਹੁੰਚੇ ਤੇ ਦੱਸੇ ਨਾ ਜੀ। ਹਾਂਜੀ, ਦੀਦਸ ਚਸ਼ਮ ਤਬੈ ਫਰਜ਼ੰਦ। ਦੀਦਸ਼ ਚਸ਼ਮ ਤਬੈ ਫਰਜ਼ੰਦ। ਇਹਨੇ ਫਿਰ ਆਪਣੀਆਂ ਅੱਖਾਂ ਨਾਲ, ਆਪਣੀਆਂ ਅੱਖਾਂ ਦੇ ਤਾਰੇ ਬਹਾਦਰ ਸ਼ਾਹ ਨੂੰ ਦੇਖਿਆ। ਅਰੇ ਉਹ ਮਾਇਨਾ ਇਹੋ ਬਿਲੰਦ। ਕਹਿੰਦਾ ਪੁੱਤਰਾ ਕੁਰਾਨ ਸ਼ਰੀਫ ਦੀ ਆਇਤ ਦੇ ਅਰਥ ਨਹੀਂ ਹੋ ਰਹੇ ਕਿਸੇ ਕੋਲੋਂ। ਕਰੋ ਸਜਾਦਾ ਤੁਮ ਮਤ ਪਾਵੋ। ਸ਼ਹਜ਼ਾਦੇ ਤੈਨੂੰ ਵੀ ਪੜਾਇਆ ਲਿਖਾਇਆ, ਤੂੰ ਵੀ ਅਰਥ ਕਰ ਇਹਦੇ। ਹਾਂਜੀ, ਕਰ ਸਾਬਤ ਮਕਸੂਦ ਸੁਣਾਵੋ। ਤੂੰ ਵੀ ਦੱਸ ਅਰਥ, ਤੂੰ ਵੀ ਸਿਆਣਾ ਪੜ੍ਹਿਆ ਲਿਖਿਆ। ਹਾਂਜੀ, ਇਲਮ ਅਕਲ ਮੈਂ ਵੱਡੇ ਕਹਾਵੋ। ਤੈਨੂੰ ਵੀ ਮੰਨਦੇ ਆ, ਕਿਉਂਕਿ ਬਹਾਦਰ ਸ਼ਾਹ ਬੜੇ ਬੜੇ ਸ਼ੇਰ ਲਿਖਦਾ ਸੀਗਾ ਜੀ। ਬਹਾਦਰ ਸ਼ਾਹ ਜ਼ਫਰ, ਇਹਦਾ ਤਖੱਲਸ ਸੀ ਜ਼ਫਰ। ਬੜੇ ਬੜੇ ਸ਼ੇਰ ਲਿਖਦਾ ਹੁੰਦਾ ਸੀਗਾ ਇਹ। ਹਾਂਜੀ, ਤਬ ਜਾਨੋ ਮੈਂ ਇਸੇ ਬਤਾਵੋ। ਕਹਿੰਦਾ ਪੁੱਤਰ ਮੈਂ ਤੈਨੂੰ ਦਾਨਾ ਤਾਂ ਮੰਨਾਂ ਜੇ ਤੂੰ ਇਹਦੇ ਅਰਥ ਕਰੇ। ਹਾਂਜੀ, ਸੁਣਤ ਫਿਕਰ ਸਹਿਜ਼ਾਦੇ ਕੀਆ। ਹਾਂਜੀ, ਅਕਲ ਵਿਖੇ ਕੁਛ ਸਮਝ ਨਾ ਲੀਆ। ਆਖੋ ਵਾਹਿਗੁਰੂ। ਕਹਿੰਦਾ ਲਿਆਓ ਪਿਤਾ ਜੀ। ਉਹਨੇ ਦੇ ਦਿੱਤਾ, ਚਿੱਠੀ ਦੇ ਦਿੱਤੀ ਜੀ। ਭਾਵ ਇੱਕ ਪੇਪਰ ਤੇ ਆਇਤ ਲਿਖ ਦਿੱਤੀ। ਸਾਧ ਸੰਗਤ ਜੀ ਇਹਨੇ ਉਹ ਪੜ੍ਹੀ, ਸਮਝ ਨਾ ਆਵੇ ਵੀ ਇਹਦਾ ਅਰਥ ਕੀ ਹੋਏਗਾ। ਚੇਤਾ ਰੱਖਿਓ, ਹਰ ਰੱਬ ਦੇ ਪਿਆਰਿਆਂ ਦੇ ਅੰਦਰ ਵੱਡਾ ਵੱਡਾ ਗਿਆਨ ਉਤਰਦਾ ਹੈ। ਹੁਣ ਕੁਰਾਨ ਸ਼ਰੀਫ ਵਿੱਚ ਜਿੰਨਾ ਆਇਤ ਲਿਖੀ ਜੀ, ਉਹ ਜਿਸ ਵੀ ਉਹਨਾਂ ਦੇ ਪੈਗੰਬਰ ਦੀ ਸੀ, ਜਿੱਥੋਂ ਤੱਕ ਉਸ ਪੈਗੰਬਰ ਦੀ ਪਹੁੰਚ ਸੀ, ਕੋਈ ਬੰਦਾ ਉਨੀ ਪਹੁੰਚ ਵਾਲਾ ਨਹੀਂ ਸੀ ਹੈਗਾ ਉਹਦੀ ਸਭਾ ਵਿੱਚ। ਔਰੰਗਜ਼ੇਬ ਦੀ ਗੁਰਬਾਣੀ 'ਚ ਕਈ ਸ਼ਬਦ ਐਸੇ ਨੇ, ਸਾਧ ਸੰਗਤ ਜੀ ਵਿਦਵਾਨ ਅਰਥ ਕਰਦੇ ਆ, ਪਰ ਉਹ ਅਰਥ ਤਸੱਲੀ ਨਹੀਂ ਕਰਾਉਂਦੇ। ਆਖੋ ਵਾਹਿਗੁਰੂ। ਹਾਂਜੀ, ਈੜਾ ਪਿੰਗਲਾ ਸੁਖਮਨਾ ਜਦੋਂ ਜ਼ਿਕਰ ਆਉਂਦਾ, ਚੌ ਮੁਖ ਦੀਵਾ ਜੋਤ ਦੁਆਰ। ਬੰਦਾ ਹੁਣ ਕੀ ਅਰਥ ਕਰੇਗਾ ਇਹਦੇ ਜੀ? ਇਹ ਤਾਂ ਉਹ ਅਰਥ ਕਰੇਗਾ ਜਿਹੜਾ ਪਹੁੰਚਿਆ ਉੱਥੇ। ਜਿਹੜਾ ਉਰਾਂ ਹੀ ਹੈ ਤੇ ਉਹ ਕਹੇਗਾ ਵੀ ਇੱਕ ਚਾਰ ਮੂੰਹ ਵਾਲਾ ਦੀਵਾ ਜੀ, ਉਹਦੇ ਵਿੱਚ ਲਾਈਟ ਹੈ ਜੀ, ਦੱਸੋ ਐਂਡ ਥੋੜ੍ਹੀ ਅਰਥ ਹੈਗੇ ਜੀ। ਐਦਾਂ ਤੇ ਔਰੰਗਜ਼ੇਬ ਨੂੰ 1400 ਕਰਨ ਦਾ ਸੀ, ਉਹਨੂੰ ਨਹੀਂ ਪਸੰਦ ਆਏ ਜੀ। ਬਹਾਦਰ ਸ਼ਾਹ ਵੀ ਬੜਾ ਤੰਗ ਹੋ ਗਿਆ ਵੇਖ ਕੇ। ਸੁਨਤ ਫਿਕਰ ਸ਼ਹਿਜ਼ਾਦੇ ਕੀਆ, ਅਕਲ ਵਿਖੇ ਕੁਛ ਸਮਝ ਨਾ ਲੀਆ। ਉਹਨੂੰ ਵੀ ਸਮਝ ਨਾ ਆਵੇ ਜੀ।
ਹਾਂਜੀ। ਪਦਰ ਅਗਾਰੀ ਅਰਜ਼ ਗੁਜ਼ਾਰੀ। ਉਹ ਸਾਧ ਸੰਗਤ ਆਪਣੇ ਪਿਤਾ ਨੂੰ ਕਹਿਣ ਲੱਗਾ, ਆਏ ਸਪਹਿਰੀ ਕਰੋ ਉਚਾਰੀ। ਕਹਿੰਦਾ ਪਿਤਾ ਜੀ ਥੋੜਾ ਟਾਈਮ ਦੇ ਦਿਓ, ਮੈਂ ਤੀਜੇ ਪੈਰ ਆਵਾਂਗਾ ਫਿਰ ਤੁਹਾਨੂੰ ਦੱਸਾਂਗਾ। ਆਇਓ ਸਦਨ ਬਹਾਦਰ ਸ਼ਾਹੂ। ਬਹਾਦਰ ਸ਼ਾਹ ਆਪਣੇ ਜਿੱਥੇ ਉਹ ਬਹਿੰਦਾ ਸੀ ਉੱਥੇ ਆ ਗਿਆ। ਨੰਦ ਲਾਲ ਬੈਠਿਓ ਤਬ ਪਾਹੂ। ਆਪਣੇ ਦਫ਼ਤਰੇ ਆਇਆ ਤੇ ਗੁਰਮੁਖੋ ਉੱਥੇ ਹੁਣ ਰੌਸ਼ਨ ਦਿਮਾਗ, ਸਵਾਸ ਸਵਾਸ ਨਾਮ ਦੇ ਅਭਿਆਸੀ, ਕਿਉਂਕਿ ਉੱਠਦਿਆਂ ਬੈਠਦਿਆਂ ਜਪਦੇ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਜਿਹਦੇ ਮੋਹ ਕਬਾੜ ਬੰਧਨ ਸਭ ਕੱਟੇ, ਭਾਈ ਨੰਦ ਲਾਲ ਜੀ ਬੈਠੇ ਸੀਗੇ ਜੀ। ਹਾਂਜੀ। ਅਰਿਦਾ ਫਿਕਰ ਮੈਂ ਬਹੁ ਗਲਤਾਨੇ। ਉਹਨਾਂ ਵੇਖਿਆ ਵੀ ਮੇਰਾ ਇਹ ਸਾਥੀ ਹੈ ਤੇ ਬਾਦਸ਼ਾਹ ਦੇ ਚਿਹਰੇ ਤੇ ਫਿਕਰ ਹੈ। ਹਾਂਜੀ। ਪਿਖ ਤਿਨ ਚੱਕ ਸੋ ਸੁਨਤ ਨ ਕਾਨੇ। ਤੇ ਕੋਈ ਵੇਖਣ ਵੀ ਨਹੀਂ ਡਿਆ ਕਿਸੇ ਵੱਲ। ਬਹਾਦਰ ਸ਼ਾਹ ਕਿਸੇ ਗੱਲ ਵਿੱਚ ਵੀ ਧਿਆਨ ਨਹੀਂ ਹੈਗਾ। ਹਾਂਜੀ। ਮੁਖ ਤੇ ਕਹਿ ਨ ਕਹਿ ਸੰਗ ਬਾਤੀ। ਵੀ ਅੱਜ ਗੱਲ ਵੀ ਨਹੀਂ ਕੋਈ ਕੀਤੀ। ਅੰਗ ਅਡੋਲ ਦੇਖ ਇਸ ਭਾਂਤੀ। ਐ ਮੂਰਤ ਜੀ ਆ ਕੇ ਬਣ ਗਿਆ। ਨੰਦ ਲਾਲ ਜੀ ਨੇ ਦੇਖਿਆ। ਨੰਦ ਲਾਲ ਬੁੱਧਵੰਤ ਪਰੇਖਾ। ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਤੇ ਸਾਧ ਸੰਗਤ ਦੀ ਭਾਈ ਨੰਦ ਲਾਲ ਜੀ ਸਿਆਣੇ ਐ। ਬਹਾਦਰ ਸ਼ਾਹ ਨੂੰ ਵੇਖਿਆ। ਇਸਕੇ ਉਰ ਕੋ ਫਿਰਕ ਵਿਸ਼ੇਖਾ। ਇਸਕੇ ਉਰ ਕੋ ਫਿਕਰ ਵਿਸ਼ੇਖਾ। ਉਹ ਸੋਚਦੇ ਵੀ ਮੇਰਾ ਸਾਥੀ ਹੈ, ਫਿਕਰ ਲੱਗੀ ਹੈ ਇਹਨੂੰ ਕੋਈ। ਹਾਂਜੀ। ਬੂਜਨ ਕੀਨਸ ਕਸ ਮਨ ਚਿੰਤਾ। ਪੁੱਛਿਆ, ਕਹਿੰਦੇ ਬਹਾਦਰ ਸ਼ਾਹ ਕੀ ਗੱਲ, ਬੜੀ ਚਿੰਤਾ ਤੁਹਾਨੂੰ, ਕਿਸ ਗੱਲ ਦੀ ਚਿੰਤਾ ਹੈ? ਕੋ ਕਾਰਜ ਬਿਗੜਿਓ ਹਿਤਵੰਤਾ। ਕੋਈ ਕੋਈ ਕੰਮ ਵਿਗੜ ਗਿਆ ਤੁਹਾਡਾ? ਹਾਂਜੀ। ਕਹਾਂ ਪਦਰ ਨੇ ਤੁਮੈ ਸੁਨਾਇਓ। ਕੋਈ ਪਿਤਾ ਜੀ ਨੇ ਗੱਲ ਕਹਿਤੀ ਤੁਹਾਡੇ? ਔਰੰਗੇ ਬਾਰੇ ਪੁੱਛਿਆ। ਹਾਂਜੀ। ਕਾਰਜ ਕਠਨ ਕਹਾਂ ਫੁਰਮਾਇਓ। ਕੋਈ ਔਖਾ ਕੰਮ ਕਹਿ ਦਿੱਤਾ? ਹਾਂਜੀ। ਜੋ ਤੁਝ ਤੇ ਹੈ ਆਵਤ ਨਾਹੀ। ਜਿਹੜਾ ਤੁਹਾਡੇ ਤੋਂ ਹੋ ਨਹੀਂ ਰਿਹਾ। ਹਾਂਜੀ। ਬੈਠਿਓ ਮਹਾ ਫਿਕਰ ਕੇ ਇੰਨੀ ਮਾਹੀ। ਚਿੰਤਾ ਵਿੱਚ ਤਾਂ ਕਦੀ ਵੇਖਿਆ ਹੀ ਨਹੀਂ ਸੀ। ਕਿਉਂ ਸ਼ਹਜ਼ਾਦੇ ਨੂੰ ਪਤਾ ਸੀ ਵੀ ਮੇਰੇ ਪਿਓ ਦਾ ਸੁਭਾਅ ਹੈ, ਕੱਲ ਨੂੰ ਸਭਾ 'ਚ ਮੇਰੀ ਲਾਪਾ ਕਰੇਗਾ, ਵੀ ਇਹ ਵੀ ਨਲਾਇਕ ਹੈ। ਹਾਂਜੀ। ਨੰਦ ਲਾਲ ਦਾਨਸ਼ਵੰਦ ਮਹਾ। ਪਰ ਭਾਈ ਨੰਦ ਲਾਲ ਜੀ ਅੰਦਰੋਂ ਜਾਗੇ ਹੋਏ ਦਾਨਸ਼ਵੰਦ ਸਨ। ਹਾਂਜੀ। ਲਖਤ ਸਜਾਦੇ ਸੋ ਤਬ ਕਹਾ। ਹਾਂਜੀ। ਸੁਨੋ ਮੀਰ ਮੁਨਸ਼ੀ ਮੈਂ ਗਇਓ। ਹਾਂ, ਭਾਈ ਨੰਦ ਲਾਲ ਜੀ ਮੀਰ ਮੁੰਸ਼ੀ ਦਾ ਕੰਮ ਕਰਦੇ ਸੀ। ਆਖੋ ਵਾਹਿਗੁਰੂ। ਵੇਖੋ ਕਮਾਲ ਦੀ ਗੱਲ, ਔਰੰਗਜ਼ੇਬ ਦੇ ਪੁੱਤ ਦੇ ਦਫ਼ਤਰ ਵਿੱਚ ਮੀਰ ਮੁੰਸ਼ੀ ਲੱਗੇ ਆ, ਪਰ ਅੰਦਰੋਂ ਕਿੱਡੇ ਜਾਗੇ ਹੋਏ ਆ। ਭਾਗਾਂ ਦੀ ਖੇਡ ਹੈ। 10ਵੇਂ ਪਾਤਸ਼ਾਹ ਦੇ ਦਰ ਤੇ ਗੰਗੂ ਲਾਂਗਰੀ ਹੈ, ਮਹਾਰਾਜ ਦੇ ਕੋਲ ਰਹਿੰਦਾ ਹੈ, ਪਰ ਅੰਦਰੋਂ ਕਿੰਨਾ ਗਰਕਿਆ ਹੋਇਆ ਸੀਗਾ ਜੀ। ਅੰਦਰੋਂ ਕਿੰਨਾ ਗਰਕਿਆ ਹੋਇਆ ਸੀ। ਇਹਦਾ ਮਤਲਬ ਕੋਈ ਕਿਤੇ ਰਵੇ ਉਹ ਨਹੀਂ ਮਾਇਨੇ ਰੱਖਦਾ, ਗੱਲ ਅੰਦਰ ਦੀ ਭਾਵਨਾ ਦੀ ਹੈ। ਉਹ ਲਾਂਗਰੀ ਮਹਾਰਾਜ ਦੇ ਦਰਸ਼ਨ ਨਹੀਂ ਕਰਦਾ ਹੋਏਗਾ ਜੀ, ਪਰ ਕਿੰਨਾ ਸਾਧ ਸੰਗਤ ਜੀ ਗਲਤ ਨਿਕਲਿਆ ਗੰਗੂ। ਇਹ ਔਰੰਗੇ ਦੇ ਦਫ਼ਤਰ 'ਚ ਕੰਮ ਕਰਦੇ ਉਹਦੇ ਪੁੱਤ ਦੇ ਨੰਦ ਲਾਲ ਜੀ, ਪਰ ਅੰਦਰ ਦੀ ਖੇਡ ਵੇਖੋ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਕਹਿਣ ਲੱਗਾ, ਉਹ ਦੁਬਾਰਾ ਪੰਕਤੀ ਪੜਿਓ, ਸੁਣੋ। ਸੁਣੋ ਮੀਰ ਮੁਨਸ਼ੀ ਮੈਂ ਗਇਓ। ਕਹਿੰਦੇ ਮੀਰ ਮੁੰਸ਼ੀ ਜੀ ਸੁਣੋ, ਮੈਂ ਆਪਣੇ ਪਿਤਾ ਕੋਲ ਗਿਆ ਸਾਂ, ਪਦਰ ਹਜ਼ੂਰ ਬੈਠ ਤੋ ਭਇਓ। ਮੈਂ ਜਾ ਕੇ ਬਹਿ ਗਿਆ। ਨਹੀਂ ਮਾਇਨਾ ਕਿਸਤੇ ਆਇਓ। ਉਹ ਇੱਕ ਆਇਤ ਦੇ ਮਾਇਨਾ ਅਰਥ ਪੁੱਛ ਰਹੇ ਸੀ ਜਿਹੜਾ ਕਿਸੇ ਨੂੰ ਨਹੀਂ ਆਇਆ। ਬਹੁ ਦਿਨ ਤੇ ਸਭ ਹੂਨ ਸੁਨਾਇਓ। ਬੜੇ ਦਿਨਾਂ ਦੀ ਇੱਕੋ ਆਇਤ ਤੇ ਚਰਚਾ ਹੋ ਰਹੀ ਸੀ, ਇੱਕੋ ਆਇਤ ਤੇ। ਹਾਂਜੀ। ਮੋਹ ਸੰਗ ਕਹਿਓ ਕਿ ਇਹ ਤੁਮ ਕਰੋ। ਆ ਮੈਨੂੰ ਵੀ ਉਹ ਆਇਤ ਦੇ ਦਿੱਤੀ ਹੈ ਵੀ ਤੂੰ ਇਹਦੇ ਅਰਥ ਕਰ। ਇਲਮ ਅਕਲ ਕੋ ਜੇ ਬਹੁ ਧਰੋ। ਵੀ ਜੇ ਤੂੰ ਸਿਆਣਾ ਤੇ ਤੂੰ ਵੀ ਇਹਦੇ ਅਰਥ ਕਰ। ਹਾਂਜੀ। ਕਰ ਤਕਰਾਰ ਸਪਹਿਰੀ ਕੇਰਾ। ਤੇ ਮੈਂ 3 ਪਹਿਰਾਂ ਦਾ ਤਕਰਾਰ ਕਰਕੇ ਆਇਆ, ਵਾਹਿਗੁਰੂ ਇਕਰਾਰ ਕਰਕੇ ਆਇਆ ਹਾਂ। ਮੈਂ ਆਇਓ ਉਰ ਫਿਕਰ ਵਡੇਰਾ। ਮੈਨੂੰ ਇਹ ਫਿਕਰ ਹੈ ਵੀ ਮੇਰੇ ਪਿਤਾ ਨੇ ਮੇਰੀ ਲਾਪਾ ਬੜੀ ਕਰਨੀ ਹੈ। ਹਾਂਜੀ। ਜਬ ਸਹਿਜਾਦੇ ਭਾਖਿਓ ਸੋਈ। ਹਾਂਜੀ। ਨੰਦ ਲਾਲ ਚਿਤਵਤ ਚਿਤ ਹੋਈ। ਭਾਈ ਨੰਦ ਲਾਲ ਜੀ ਨੇ ਗੱਲ ਸੁਣੀ
ਸੁਣ ਕੇ ਵਿਚਾਰ ਕੀਤੀ। ਤਤ ਛਿਨ ਕਰਿਓ ਮਾਇਨਾ ਨੀਕੇ। ਕਹਿੰਦੇ ਲਿਆ ਮੈਨੂੰ ਵਿਖਾ। ਉਹਨਾਂ ਵਿਖਾਈ। ਨੰਦ ਲਾਲ ਜੀ ਨੇ ਆਇਤ ਪੜ੍ਹੀ। ਹੁਣ ਗਿਆਨੀਆਂ ਦੇ ਅਰਥਾਂ 'ਚ ਤੇ ਬ੍ਰਹਮ ਗਿਆਨੀਆਂ ਦੇ ਅਰਥਾਂ 'ਚ ਫਰਕ ਤੇ ਹੁੰਦਾ ਹੀ ਹੈ ਜੀ, ਬੜਾ ਫਰਕ ਹੁੰਦਾ ਜੀ। ਨੰਦ ਲਾਲ ਜੀ ਨੂੰ ਅੰਦਰੋਂ ਮਿਹਰਾਂ ਹੋ ਗਈਆਂ। ਨੰਦ ਲਾਲ ਜੀ ਜਾਗੇ ਹੈ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਬੁੱਧੀ ਤਤ ਹੈ, ਤਤ ਗਿਆਨੀ ਨੇ। ਭਾਈ ਨੰਦ ਲਾਲ ਜੀ ਨੇ ਵਿਚਾਰਿਆ। ਕਹਿੰਦੇ ਤਤ ਛਿਨ ਕਰਿਓ ਮਾਏ ਨਾ ਨੀਕੇ, ਆਵਤ ਜੋ ਨਾ ਹਿਰਦੇ ਕਿਸ ਹੀ ਕੇ। ਜਿਹੜਾ ਅਰਥ 1400 ਬੰਦਿਆਂ ਦੇ ਦਿਲ ਵਿੱਚ ਨਹੀਂ ਆਇਆ, ਦਿਮਾਗ ਵਿੱਚ ਨਹੀਂ ਆਇਆ, ਤਤ ਛਿਨ ਉਸੇ ਵੇਲੇ ਨੰਦ ਲਾਲ ਜੀ ਨੇ ਅਰਥ ਕਰ ਦਿੱਤੇ ਜੀ। ਕਿਉਂ? ਅੰਦਰ ਦੀ ਮੱਤ ਪਰਮੇਸ਼ਰ 'ਚ ਜੁੜੀ ਹੈ ਨਾ। ਗਿਆਨ ਧਿਆਨ ਤਾਂ ਪਰਮੇਸ਼ਰ ਦੀ ਦਾਤ ਹੈ। ਅੱਛਾ, ਗੁਰੂ ਗ੍ਰੰਥ ਸਾਹਿਬ ਇੱਕ ਹੋਰ ਗੱਲ ਕਹਿੰਦੇ ਜੀ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ। ਜਦੋਂ ਗੁਰੂ ਵੱਲ ਹੋਵੇ ਨਾ, ਗਿਆਨ ਤੇ ਧਿਆਨ ਬੰਦੇ ਦੀ ਰਸਨਾ ਤੇ ਆ ਕੇ ਵਸ ਜਾਂਦਾ ਜੀ। ਅਨਨ ਕਹਿੰਦੇ ਮੁੱਖ ਨੂੰ। ਜਦੋਂ ਗੁਰੂ ਵੱਲ ਹੋਵੇ ਗਿਆਨ ਧਿਆਨ ਆਪੇ ਫੁਰ ਆਉਂਦਾ ਬੰਦੇ ਨੂੰ। ਪਰ ਭਾਈ ਨੰਦ ਲਾਲ ਜੀ ਤਾਂ ਉਸ ਗਹਿਰਾਈ 'ਤੇ ਪਹੁੰਚ ਗਏ ਸੀਗੇ ਜਿਸ ਗਹਿਰਾਈ 'ਚ ਉਹ ਆਇਤ ਲਿਖੀ ਸੀਗੀ ਜੀ। ਹੁਣ ਵੀ ਵੇਖੀਦਾ। ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀ, ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਕਈ ਸ਼ਬਦਾਂ ਦੇ ਅਰਥ ਵੱਡੇ ਵੱਡੇ ਪ੍ਰੋਫੈਸਰ ਨਹੀਂ ਕਰ ਪਾਉਂਦੇ, ਪਰ ਸਿੱਧੇ ਜੇ ਜੱਟ, ਭਾਵ ਇੱਕ ਪਿੰਡ ਦਾ ਬੰਦਾ ਕਹਿ ਲਈਏ, ਬੰਦਗੀ ਕਰਨ ਵਾਲਾ, ਜਿਹਨੂੰ ਅਰਥਾਂ ਨਾਲ ਕੋਈ ਮਤਲਬ ਨਹੀਂ ਹੈਗਾ, ਉਹਦਾ ਤੇ ਕੰਮ ਹੀ ਆਪਣਾ ਖੇਤੀਬਾੜੀ ਕਰਨੀ, ਪਰ ਉਹ ਨਾਮ ਜਪਦਾ, ਸਾਧ ਸੰਗਤ ਜੀ ਉਹ ਅਰਥ ਕਰ ਦਿੰਦਾ ਜਿਹੜਾ ਕਿਸੇ ਨੇ ਵੀ ਨਹੀਂ ਕੀਤਾ ਹੁੰਦਾ। ਆਖੋ ਵਾਹਿਗੁਰੂ। ਜਿਹੜਾ ਕਿਸੇ ਨੇ ਨਹੀਂ ਕੀਤਾ ਹੁੰਦਾ ਉਹ ਅਰਥ ਕਰ ਦਿੰਦਾ ਹੈ। ਪਰਮੇਸ਼ਰ ਵਾਹਿਗੁਰੂ ਜੀ ਦੀ ਮਿਹਰ ਹੈ ਜੀ। ਹੁਣ ਆਪਾਂ ਸਾਰੇ ਕਹਿੰਦੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾ ਬਣਾ। ਇੱਕ ਰੱਬ ਦੇ ਪਿਆਰੇ ਕਹਿਣ ਲੱਗੇ ਵੀ ਕੱਪੜ ਰੂਪ ਸੁਹਾਵਣਾ। ਆਪਾਂ ਤੇ ਉਹ ਕਹਿੰਦੇ ਵੀ ਸਭ ਕੁਝ ਛੱਡ ਜਾਣਾ, ਇਹ ਵੀ ਅਰਥ ਠੀਕ ਹੈ, ਪਰ ਉਹ ਕਹਿੰਦੇ ਵੀ ਇੱਕ ਇਹਦਾ ਅਰਥ ਇਹ ਵੀ ਹੈਗਾ, ਕੱਪੜ ਰੂਪ ਸੁਹਾਵਣਾ, ਆ ਕੱਪੜੇ ਸਰੀਰ ਰੂਪੀ ਕੱਪੜਾ, ਇਹ ਸੋਹਣਾ ਰੂਪ ਛੱਡ ਦੇ, ਇਹ ਦੁਨੀਆ ਦਾ ਪਿਆਰ ਛੱਡ ਦੇ, ਸਾਰੇ ਬੰਨੋਂ ਧਿਆਨ ਹਟਾ ਕੇ ਅੰਦਰ ਨੂੰ ਧਿਆਨ ਲੈ ਜਾ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਕਹਿੰਦੇ ਇਹ ਵੀ ਅਰਥ ਹੈਗਾ ਜੀ। ਹੁਣ ਗੱਲ ਜਿਹੜਾ ਜਿੰਨਾ ਡੂੰਘਾ ਜਾਏਗਾ, ਨੰਦ ਲਾਲ ਜੀ ਨੂੰ ਮਹਾਰਾਜ ਨੇ ਪਹੁੰਚਾਇਆ ਸੀ ਉੱਥੇ ਜੀ। ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ। ਹਾਂਜੀ, ਤਤ ਛਿਨ ਕਰਿਓ ਮਾਇਨੇ ਨੀਕੇ, ਆਵਤ ਜੋ ਨਾ ਹਿਰਦੇ ਕਿਸ ਹੀ ਕੇ। ਜਿਹੜਾ ਅਰਥ ਕਿਸੇ ਦੇ ਦਿਲ 'ਚ ਨਹੀਂ ਆਇਆ, ਨੰਦ ਲਾਲ ਜੀ ਨੇ ਉਹ ਅਰਥ ਕਰ ਦਿੱਤਾ। ਸੁਣ ਕਰ ਬਹੁਤ ਆਨੰਦਿਤ ਹੋਵਾ। ਕਹਿੰਦੇ ਆ ਸੁਣ ਬਹਾਦਰ ਸ਼ਾਹ। ਜਦੋਂ ਬਹਾਦਰ ਸ਼ਾਹ ਨੇ ਸੁਣੇ, ਆਸ਼ਾ ਕਰ ਉੱਠਿਆ। ਕਹਿੰਦਾ ਕਮਾਲ ਹੈ ਵੀ, ਆ ਵੀ ਅਰਥ ਹੋ ਸਕਦੇ, ਮੈਂ ਸੋਚਿਆ ਹੀ ਨਹੀਂ ਸੀਗਾ। ਹਾਂਜੀ, ਅਤ ਦਾਨਸ਼ਵੰਦ ਸਭ ਤੇ ਜੋਵਾ। ਉਹ ਸਮਝ ਗਿਆ ਕਿ ਨੰਦ ਲਾਲ ਜੀ ਸਾਰਿਆਂ ਤੋਂ ਵੱਧ ਦਾਨਸ਼ਮੰਦ ਨੇ। ਕਿਉਂ? ਮਹਾਰਾਜ ਨੇ ਕੀਤਾ ਦਾਨਸ਼ਵੰਦ ਜੀ। ਹਾਂਜੀ, ਕਰੀ ਸਰਫਰਾਜ਼ੀ ਤਿਸ ਕਾਲਾ। ਹਾਂਜੀ, ਖੁਸ਼ ਹਵੈ ਦੀਨਸ ਖਿਲਤ ਵਿਸਾਲਾ। ਬੜੇ ਸਰਫਰਾਜ਼ੀ ਹੁੰਦਾ ਵੀ ਵਡਿਆਈ ਕਰਨੀ, ਬੜੇ ਸਿਫਤ ਕੀਤੀ, ਖਿੱਲਤ ਦਿੱਤੀ, ਸਰੋਪਾ ਦਿੱਤਾ। ਭਈ ਸਪਹਿਰੀ ਗਇਓ ਸਜ਼ਾਦਾ। 3 ਪੈਰ ਬੀਤ ਗਏ। ਹੁਣ ਸ਼ਹਿਜ਼ਾਦਾ ਜਿਹੜਾ ਉਹ ਸਾਧ ਸੰਗਤ ਜੀ ਜਾਂਦਾ ਆਪਣੇ ਪਿਤਾ ਕੋਲ। ਅੱਗੋਂ ਜੋ ਹੁੰਦਾ ਉਹ ਆਪਾਂ ਕੱਲ ਨੂੰ ਸੁਣਾਂਗੇ। ਮਹਾਰਾਜ ਮਿਹਰ ਕਰਨ, ਜਦੋਂ ਕਿਸੇ ਦੇ ਭਰਮ ਦੇ ਪਰਦੇ ਖੁੱਲ੍ਹਦੇ ਆ, ਜਦੋਂ ਸਤਿਗੁਰੂ ਮਿਹਰ ਕਰਦੇ ਆ, ਕੋਈ ਬੰਦਗੀ ਕਰਦਾ ਕਰਦਾ ਡੂੰਘਾ ਉਤਰ ਜਾਂਦਾ ਹੈ ਸਾਧ ਸੰਗਤ ਜੀ, ਫਿਰ ਉਹਦੇ 'ਤੇ ਕਿਰਪਾ ਹੁੰਦੀ ਹੈ।
ਉਹ ਗੁਪਤ ਪ੍ਰਗਟ ਸਾਰੀਆਂ ਗੱਲਾਂ ਸਮਝਣ ਲੱਗ ਪੈਂਦਾ ਹੈ। ਗੁਪਤ ਪ੍ਰਗਟ ਸਾਰੀਆਂ ਗੱਲਾਂ ਸਮਝਣ ਲੱਗ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਵੇਖੋ ਗੁਰਬਾਣੀ ਸੱਚੇ ਪਾਤਸ਼ਾਹ ਜੀ ਦੀ ਬਾਣੀ, ਭਗਤ ਕਬੀਰ ਜੀ ਕਿਹੜੇ ਕਿਤੇ ਪੜ੍ਹੇ ਸੀਗੇ, ਭਗਤ ਰਵਿਦਾਸ ਸਾਹਿਬ ਜੀ ਕਿਹੜਾ ਕਿਤੇ ਪੜ੍ਹੇ ਸੀਗੇ ਜੀ। ਹਾਂਜੀ, ਉਹਨਾਂ ਦਾ ਤੇ ਕੰਮ ਸੀਗਾ ਜੁੱਤੀਆਂ ਗੰਢਣੀਆਂ, ਜੋੜੇ ਗੰਢਣੇ। ਪਰ ਅੱਜ ਉਹਨਾਂ ਦੀ ਬਾਣੀ ਉੱਤੇ ਵੱਡੇ ਵੱਡੇ ਪ੍ਰੋਫੈਸਰ ਲੈਕਚਰ ਕਰਦੇ ਆ। ਕਿਉਂ? ਉਹ ਤੇ ਕਿਤੇ ਨਹੀਂ ਪੜ੍ਹੇ, ਪਰ ਉਹ ਰੱਬ ਅੰਦਰੋਂ ਬੋਲਦਾ ਨਾ ਜੀ, ਵੱਡੇ ਖਜ਼ਾਨੇ ਨਾਲ ਜੁੜੇ ਜੀ ਉਹ। ਸੱਚੇ ਪਾਤਸ਼ਾਹ ਮਿਹਰ ਕਰਨ। ਸਾਧ ਸੰਗਤ ਜੀ, ਅੱਜ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ ਗੁਰਿਆਈ ਗੁਰਪੁਰਬ ਵੀ ਹੈ। ਅੱਜ ਦੇ ਦਿਨ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਮਹਾਰਾਜ ਜੀ ਗੁਰਤਾ ਗੱਦੀ ਦੇ ਉੱਤੇ ਸੱਜੇ। ਵੇਖੋ, ਜਦੋਂ ਵੀ ਆਨੰਦਪੁਰ ਸਾਹਿਬ ਜਾਓ, ਸਮਾਂ ਹੋਵੇ ਕੀਰਤਪੁਰ ਸਾਹਿਬ ਜ਼ਰੂਰ ਜਾਇਆ ਕਰੋ। ਗੁਰੂ ਹਰਿਰਾਏ ਸਾਹਿਬ ਜੀ ਦਾ ਆਗਮਨ ਵੀ ਕੀਰਤਪੁਰ ਸਾਹਿਬ ਹੋਇਆ। ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਵੀ ਕੀਰਤਪੁਰ ਸਾਹਿਬ ਮਿਲੀ, ਅਤੇ ਗੁਰੂ ਹਰਿਰਾਏ ਸਾਹਿਬ ਜੀ ਨੇ ਸੱਚਖੰਡ ਪਿਆਨਾ ਵੀ ਕੀਰਤਪੁਰ ਸਾਹਿਬ ਹੀ ਕੀਤਾ ਜੀ। ਬਹੁਤਾ ਸਮਾਂ ਮਹਾਰਾਜ ਕੀਰਤਪੁਰ ਸਾਹਿਬ ਵਿੱਚ ਰਹੇ। ਸੋ ਸੱਚੇ ਪਾਤਸ਼ਾਹ ਜੀ ਅੱਜ ਦੇ ਦਿਨ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਏ। ਤਖਤ ਬਹਿ ਤਖਤੈ ਕੀ ਲਾਇਕ। ਗੁਰਤਾ ਗੱਦੀ ਉੱਤੇ ਕਿਹਨੇ ਬੈਠਣਾ ਹੈ? ਸਾਧ ਸੰਗਤ ਜੀ, ਇਸ ਦੁਨੀਆ ਦਾ ਫੈਸਲਾ ਨਹੀਂ ਹੈ, ਇਹ ਧੁਰ ਦਰਗਾਹ ਦਾ, ਸੱਚਖੰਡ ਦਾ ਫੈਸਲਾ ਹੈ। ਜਿਸ ਦਿਨ ਮਹਾਰਾਜ ਨੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਉੱਤੇ ਬਿਠਾਇਆ, ਬਾਬਾ ਸੂਰਜਮਲ ਜੀ ਦੇ ਮਾਤਾ ਜੀ ਮਾਤਾ ਮਰਵਾਹੀ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਮਹਾਰਾਜ ਮੇਰੇ ਪੁੱਤ ਨੂੰ ਗੱਦੀ 'ਤੇ ਨਹੀਂ ਬਿਠਾਇਆ। ਮਾਤਾ ਨਾਨਕੀ ਜੀ ਕਹਿਣ ਲੱਗੇ, ਮਹਾਰਾਜ ਮੇਰੇ ਪੁੱਤ ਨੂੰ ਗੱਦੀ 'ਤੇ ਨਹੀਂ ਬਿਠਾਇਆ। ਮਹਾਰਾਜ ਇਹ ਆਪ ਜੀ ਨੇ ਕੀ ਕੀਤਾ? ਪੋਤਰੇ ਨੂੰ ਗੱਦੀ 'ਤੇ ਬਿਠਾ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀਆਂ ਮਹਿਲਾਂ ਨੂੰ ਕਿਹਾ ਸੀ, ਮਹਾਰਾਜ ਕਹਿੰਦੇ ਭਾਈ ਗੁਰਤਾ ਗੱਦੀ ਉੱਤੇ ਕਿਹਨੇ ਬੈਠਣਾ ਹੈ, ਇਹ ਇਸ ਲੋਕ ਦਾ ਫੈਸਲਾ ਨਹੀਂ ਹੈ। 4-5 ਬੰਦੇ ਰਲ ਕੇ ਕਿਸੇ ਨੂੰ ਗੁਰੂ ਨਹੀਂ ਬਣਾ ਸਕਦੇ। ਮਹਾਰਾਜ ਕਹਿੰਦੇ ਇਹ ਧੁਰ ਦਰਗਾਹ ਦਾ ਫੈਸਲਾ ਹੈ। ਹਰਿਰਾਏ ਸਾਹਿਬ ਧੁਰੋਂ ਹੀ ਇਹ ਜੋਗ ਲੈ ਕੇ ਆਏ ਆ ਗੁਰਤਾ ਗੱਦੀ ਉੱਤੇ ਬੈਠਣ ਵਾਲਾ। ਸੋ ਅੱਜ ਦੇ ਦਿਨ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਹੋਈ ਸੀਗੀ। ਸਤਿਗੁਰਾਂ ਦੇ ਗੁਰਿਆਈ ਗੁਰਪੁਰਬ ਦੀਆਂ ਆਪ ਜੀ ਨੂੰ ਵਧਾਈਆਂ ਹੋਣ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ